ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਅਸੀਂ ਗਰਚਾ ਪ੍ਰੋਡਕਸ਼ਨ ਟੀਵੀ ਦੇ ਜ਼ਰੀਏ ਹਾਜ਼ਰ ਹੋਏ ਹਾਂ ਜੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਤੇ ਆਪਾਂ ਆਪਣੇ ਵਿਚਾਰ ਸਾਂਝੇ ਕਰੀਏ ਜਾਂ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ, ਉਹ ਸਭ ਤੋਂ ਪਹਿਲਾਂ ਅੱਜ ਜਿਹੜਾ ਬਹੁਤ ਵਡਭਾਗਾ ਦਿਨ ਆ ਸਾਡੀ ਕੌਮ ਦੇ ਲਈ ਕਿ ਅੱਜ ਸਾਡੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਅਤੇ ਉਹਨਾਂ ਦੇ ਜਨਮ ਦਿਹਾੜੇ ਦੇ ਉੱਪਰ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਸਾਡੀਆਂ ਸੰਗਤਾਂ ਸਾਡੇ ਬੈਠੀਆਂ ਆ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਸ਼ੁਭ ਕਾਮਨਾਵਾਂ ਕਿ ਜਿੱਦਾਂ ਸਾਡੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਵਿੱਚ ਬਾਬਰ ਨੂੰ ਜਾਬਰ ਦਾ ਨਾਮ ਦਿੱਤਾ ਸੀਗਾ, ਕਿਉਂਕਿ ਉਸ ਵੇਲੇ ਬਾਬਰ ਦੇ ਜਿਹੜੇ ਜ਼ਬਰ ਜ਼ੁਲਮ ਆ ਸਿਖਰਾਂ 'ਤੇ ਸੀਗੇ ਕਿ ਉਹ ਵੀ ਇੱਦਾਂ ਹੀ ਲੋਕਾਂ ਦੇ ਨਾਲ ਧੱਕਾ ਕਰਦਾ ਸੀਗਾ। ਅਤੇ ਸਾਡੇ ਗੁਰੂ ਜੀ ਨੇ, ਸਾਡੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਜਾਬਰ ਦਾ ਨਾਮ ਦਿੱਤਾ ਸੀਗਾ ਅਤੇ ਉਹਦੇ ਹੱਕਾਂ ਦੇ ਖਿਲਾਫ ਜਿਹੜੀ ਉਹਨਾਂ ਨੇ ਆਵਾਜ਼ ਚੱਕੀ ਸੀ ਅਤੇ ਲੋਕਾਂ ਨੂੰ ਇੱਕ ਨਵੀਂ ਸੇਧ ਦਿੱਤੀ ਸੀਗੀ। ਅਤੇ ਉਹੀ ਜਿਹੜੇ ਹੁਣ ਮੌਜੂਦਾ ਹਾਲਾਤ ਆ, ਸਬੱਬ ਦੇਖੋ ਕਿ ਉਹੀ ਦਿਨ ਆ ਗਏ ਆ ਅਤੇ ਜਿਹੜੇ ਹਾਲਾਤ ਵੀ ਉੱਦਾਂ ਦੇ ਬਣਦੇ ਜਾ ਰਹੇ ਆ। ਅਤੇ ਫ਼ਰਕ ਬਸ ਇੰਨਾ ਆ ਕਿ ਉਦੋਂ ਜ਼ਬਰ ਜ਼ੁਲਮ ਕਰਨ ਵਾਲੇ ਨਾਮ ਸੀਗਾ ਬਾਬਰ ਅਤੇ ਹੁਣ ਹੈਗਾ ਸਾਡੀਆਂ ਇਹ ਮੌਜੂਦਾ ਘਟੀਆ ਸਰਕਾਰਾਂ, ਸਾਡੀ ਸਰਕਾਰ ਦੀਆਂ ਘਟੀਆ ਸਰਕਾਰ ਦੀਆਂ ਗੰਦੀਆਂ ਨੀਤੀਆਂ ਅਤੇ ਗਲਤ ਕਾਨੂੰਨ ਜਿਹੜੇ ਕਿ ਲੋਕਾਂ ਦੇ ਹੱਕ ਮਾਰ ਕੇ ਆਪਣੇ ਆਪ ਨੂੰ ਰਾਜਿਆਂ ਮਹਾਰਾਜਿਆਂ ਵਾਂਗੂ ਸਮਝ ਰਹੇ ਆ, ਪਰ ਉਹ ਇਹ ਭੁੱਲ ਚੁੱਕੇ ਆ ਕਿ ਸਾਡਾ ਇਤਿਹਾਸ ਕੀ ਆ, ਕਿ ਜਦੋਂ ਜਦੋਂ ਵੀ ਦੁਨੀਆ ਦੇ ਉੱਪਰ ਹੱਕ ਮਾਰੇ ਜਾਂਦੇ ਆ, ਧੱਕਾ ਕੀਤਾ ਜਾਂਦਾ, ਜ਼ਬਰ ਜ਼ੁਲਮ ਕੀਤਾ ਜਾਂਦਾ ਆ, ਤਾਂ ਫਿਰ ਸਿਰ ਚੁੱਕਣਾ ਹੀ ਪੈਂਦਾ ਆ। ਕਿੰਨੀ ਕੁ ਦੇਰ ਤੁਸੀਂ ਸਾਡੀਆਂ ਸੰਘੀਆਂ ਘੁੱਟੋਗੇ, ਕਿੰਨੀ ਕੁ ਦੇਰ ਸਾਡੇ ਹੱਕ ਮਾਰੋਗੇ। ਜਦੋਂ ਅਸੀਂ ਉੱਦਾਂ ਵੀ ਖੁਦਕੁਸ਼ੀਆਂ ਕਰਕੇ ਸਾਡੇ ਕਿਸਾਨ ਮਰਦੇ ਆ, ਉਹਦਾ ਕਾਰਨ ਕੀ ਆ ਕਿ ਉਹਨਾਂ ਨੂੰ ਬਣਦਾ ਉਹਨਾਂ ਦਾ ਜਿਹੜਾ ਹੱਕ ਆ ਉਹ ਨਹੀਂ ਦਿੱਤਾ ਜਾਂਦਾ ਸਰਕਾਰਾਂ ਵੱਲੋਂ, ਜਿਹਦੇ ਉਹ ਹੱਕਦਾਰ ਆ। ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਪਾਇਆ ਜਾਂਦਾ ਸਰਕਾਰਾਂ ਵੱਲੋਂ। ਜਿੰਨੀ ਜ਼ਿਆਦਾ ਮਿਹਨਤ ਮੁਸ਼ੱਕਤ ਕਰਦੇ ਆ ਉਹ, ਜਿੰਨੀ ਦਸਾਂ ਨੋਹਾਂ ਦੀ ਕਿਰਤ ਕਰਕੇ ਉਹ ਆਪਣਾ ਪਰਿਵਾਰ ਪਾਲਦੇ ਆ, ਅਤੇ ਉਹਨਾਂ ਦੀ ਮਿਹਨਤ ਮੁਸ਼ੱਕਤ ਦੇ ਜਿਹੜਾ ਮੁੱਲ ਆ ਸਹੀ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ। ਇਸੇ ਕਰਕੇ ਸਾਡੇ ਕਿਸਾਨ ਜਿਹੜੇ ਆ ਖੁਦਕੁਸ਼ੀਆਂ ਕਰਕੇ ਮਰਦੇ ਆ, ਅਤੇ ਸ਼ਾਇਦ ਇਹੀ ਜਨੂੰਨ ਹੁਣ ਸਾਡੇ ਕਿਸਾਨਾਂ ਨੂੰ ਅੱਜ ਦਿੱਲੀ ਤੱਕ ਲੈ ਗਿਆ ਆ। ਇਹੀ ਜੋਸ਼, ਇਹੀ ਜਿਹੜਾ ਜਨੂੰਨ ਜਾਹੋ ਜਲਾ ਲਿਆ ਉਹਨਾਂ ਨੂੰ ਦਿੱਲੀ ਤੱਕ ਲੈ ਗਿਆ ਕਿ ਉੱਦਾਂ ਵੀ ਤਾਂ ਅਸੀਂ ਫਾਹੇ ਲੈ ਲੈ ਕੇ ਮਰਨਾ ਹੀ ਆ, ਅਤੇ ਜੇ ਅਸੀਂ ਆਪਣੇ ਹੱਕਾਂ ਲਈ ਲੜ ਕੇ ਮਰਾਂਗੇ ਤਾਂ ਸ਼ਹੀਦੀਆਂ ਪਾਵਾਂਗੇ, ਅਤੇ ਸਾਡਾ ਤਾਂ ਇਤਿਹਾਸ ਹੀ ਸ਼ਹੀਦਾਂ ਵਾਲਾ ਆ। ਅਤੇ ਹੁਣ ਆਪਾਂ ਆਉਂਦੇ ਹਾਂ ਜੀ ਆਪਣੀ ਗੱਲਬਾਤ ਦੇ ਮੁੱਦੇ ਦੇ ਉੱਪਰ। ਜਿੱਦਾਂ ਅੱਜ ਆਪਣਾ ਟੌਪਿਕ ਆ ਕਿ ਸਾਡੀ ਸੰਘਰਸ਼ੀ ਜਿੱਤ ਦੇ 2 ਅਹਿਮ ਪਹਿਰੇਦਾਰ, ਕਿ ਉਹ ਕਿਹੜੇ 2 ਅਹਿਮ ਪਹਿਰੇਦਾਰ ਆ ਕਿ ਜਿਹੜੇ ਸਾਡੀ ਸੰਘਰਸ਼ੀ ਜਿੱਤ ਨੂੰ ਯਕੀਨੀ ਬਣਾਉਣਗੇ ਜਾਂ ਯਕੀਨੀ ਬਣਾਉਂਦੇ ਆ। ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਬਹੁਤ ਜ਼ਰੂਰੀ ਗੱਲ, ਜਿਹੜਾ ਕਿ ਮੇਰੇ ਮਨ ਦੇ ਵਿੱਚ ਵੀ ਬਹੁਤ ਰੋਸ ਆ ਉਸ ਗੱਲ ਦੇ ਲਈ, ਅਤੇ ਮੈਨੂੰ ਲੱਗਦਾ ਆਪਣੇ ਪੰਜਾਬੀ ਇਤਿਹਾਸ ਨੂੰ, ਆਪਣੇ ਸਿੱਖੀ ਇਤਿਹਾਸ ਨੂੰ ਪਿਆਰ ਕਰਨ ਵਾਲੇ ਹਰੇਕ ਬੰਦੇ ਦੇ ਦਿਲ ਦੇ ਵਿੱਚ ਇਹ ਰੋਸ ਹੋਏਗਾ। ਅਤੇ ਇਹ ਰੋਸ ਆ ਜੀ ਕੰਗਣਾ ਰਣੌਤ ਦੇ ਖਿਲਾਫ, ਕਿ ਜੇ ਤੁਸੀਂ ਸਾਡਾ ਇਤਿਹਾਸ ਨਹੀਂ ਪੜ੍ਹਿਆ, ਜੇ ਤੁਸੀਂ ਸਾਡੇ ਇਤਿਹਾਸ ਦੀ, ਚਾਹੇ ਉਹ ਕੰਗਣਾ ਰਣੌਤ ਆ, ਚਾਹੇ ਉਹ ਮੋਦੀ ਆ, ਚਾਹੇ ਉਹ ਅਮਿਤ ਸ਼ਾਹ, ਚਾਹੇ ਉਹ ਕੋਈ ਵੀ ਆ ਸਾਡੇ ਵੱਲੋਂ, ਕੋਈ ਵੀ ਕਿੱਡਾ ਵੀ ਵੱਡਾ ਸੈਲੀਬ੍ਰਿਟੀ ਆ, ਜੇ ਉਹ ਸਾਡੇ ਇਤਿਹਾਸ ਨੂੰ ਪਿਆਰ ਨਹੀਂ ਕਰਦਾ ਅਤੇ ਫਿਰ ਸਾਡਾ ਵੀ ਕਿਸੇ ਤਰ੍ਹਾਂ ਦਾ ਲਿਹਾਜ਼ ਉਹਦੇ ਨਾਲ ਕਰਨਾ ਬਿਲਕੁਲ ਵੀ ਨਹੀਂ ਬਣਦਾ। ਜੇ ਤੂੰ ਸਾਡੀਆਂ ਮਾਵਾਂ ਭੈਣਾਂ, ਸਾਡੇ ਬਜ਼ੁਰਗਾਂ ਬਾਰੇ ਇੱਦਾਂ ਦੀ ਸੋਚ ਰੱਖਦੀਆਂ ਨਾ ਬੀਬਾ, ਤਾਂ ਇੱਕ ਵਾਰ ਸਾਡਾ ਇਤਿਹਾਸ ਪੜ੍ਹ ਕੇ ਦੇਖ ਕਿ ਇਹ ਕਿਹੜੀ ਕੌਮ ਦੇ ਵਾਰਸ ਆ ਜਿਨ੍ਹਾਂ ਬਾਰੇ ਤੇਰੇ ਵਰਗੇ ਘਟੀਆ ਲੋਕ ਇੰਨੀ ਘਟੀਆ ਸ਼ਬਦਾਵਲੀ ਵਰਤਦੇ ਆ। ਉਹਨੇ ਆਪਣੀ ਸੋਚ ਦੇ ਮੁਤਾਬਿਕ ਜੋ ਕਹਿਣਾ ਸੀ ਕਹਿ ਦਿੱਤਾ, ਪਰ ਹੁਣ ਸਾਡਾ ਫਰਜ਼ ਬਣਦਾ ਆ ਕਿ ਜੇ ਅਸੀਂ ਦਿੱਲੀ ਨਹੀਂ ਜਾ ਸਕਦੇ, ਕੋਈ ਵੀ ਸਾਡੀ ਮਜਬੂਰੀ ਆ, ਕੋਈ ਵੀ ਕਾਰਨ ਆ ਕਿ ਅਸੀਂ ਉੱਥੇ ਜਾ ਕੇ ਆਪਣੀਆਂ ਮਾਵਾਂ ਭੈਣਾਂ, ਆਪਣੇ ਵੀਰਾਂ, ਆਪਣੇ ਬਜ਼ੁਰਗਾਂ ਦੇ ਨਾਲ ਅਸੀਂ ਉੱਥੇ ਬੈਠ ਕੇ ਉਹਨਾਂ ਦਾ ਸਾਥ ਨਹੀਂ ਦੇ ਸਕਦੇ, ਤਾਂ ਇਹ ਕੰਮ ਅਸੀਂ ਜ਼ਰੂਰ ਕਰ ਸਕਦੇ ਹਾਂ, ਕਿਉਂਕਿ ਇਹਦੇ ਲਈ ਸਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ। ਜਿੱਥੇ ਵੀ ਅਸੀਂ ਬੈਠੇ ਹਾਂ ਅੱਜ, ਹਰੇਕ ਘਰ ਦੇ ਵਿੱਚ ਹਰੇਕ ਬੰਦੇ ਦੇ ਕੋਲ ਆਪਣਾ ਪਰਸਨਲ ਫੋਨ ਆ, ਅਤੇ ਹਰੇਕ ਬੰਦਾ ਸੋਸ਼ਲ ਮੀਡੀਆ ਯੂਜ਼ ਕਰਦਾ ਆ, ਚਾਹੇ ਉਹ ਟਵਿੱਟਰ ਆ, ਚਾਹੇ ਫੇਸਬੁੱਕ ਆ, ਚਾਹੇ ਉਹ ਇੰਸਟਾ ਆ, ਕੁਛ ਵੀ ਆ। ਜਿੱਥੇ ਵੀ ਕਿਤੇ ਸਾਨੂੰ ਉਹਦਾ ਅਕਾਊਂਟ ਮਿਲਦਾ ਆ, ਸਾਨੂੰ ਉਹਨੂੰ ਅਨਫੋਲੋ ਕਰਨਾ ਚਾਹੀਦਾ ਆ, ਸਾਨੂੰ ਉਹਨੂੰ ਬਲੌਕ ਕਰਨਾ ਚਾਹੀਦਾ ਆ। ਜਿੰਨਾ ਵੀ ਜ਼ਿਆਦਾ ਅਸੀਂ ਉਹਦੇ 'ਤੇ ਲਾਹਨਤਾਂ ਪਾ ਸਕਦੇ ਹਾਂ, ਸਾਨੂੰ ਪਾਉਣੀਆਂ ਚਾਹੀਦੀਆਂ ਆ।
ਤੇ ਹੁਣ ਆਉਂਦੇ ਆ ਆਪਾਂ ਆਪਣੇ ਮੁੱਦੇ ਦੇ ਉੱਪਰ ਕਿ ਸਾਡੀ ਸੰਘਰਸ਼ੀ ਜਿੱਤ ਦੇ ਦੋ ਅਹਿਮ ਪਹਿਰੇਦਾਰ। ਤੇ ਉਹ ਅਹਿਮ ਪਹਿਰੇਦਾਰ ਕਿਹੜੇ ਆ ਜੀ? ਉਹ ਅਹਿਮ ਪਹਿਰੇਦਾਰ ਆ ਜੋਸ਼ ਤੇ ਨੰਬਰ 2 ਹੋਸ਼। ਅੱਜ ਤੱਕ ਆਪਾਂ ਸਾਡੀ ਜਿੱਦਾਂ ਦੀ ਸਾਡੇ ਜਿਹੜਾ ਜੀਵਨ ਸ਼ੈਲੀ ਮਤਲਬ ਬਣ ਗਈ ਹੈ ਸਾਡੀ ਜੀਵਨ ਸ਼ੈਲੀ, ਉਹਦੇ ਮੁਤਾਬਿਕ ਕੀ ਹੈ ਕਿ ਅੱਜ ਕੱਲ੍ਹ ਸਾਡੇ ਜਿਹੜੇ ਲੋਕ ਆ, ਸਾਡੇ ਜਿਹੜੀ ਜ਼ਿੰਦਗੀ ਆ, ਉਹ ਕਿਤਾਬਾਂ ਤੋਂ, ਸਾਡੇ ਇਤਿਹਾਸ ਤੋਂ ਜ਼ਿਆਦਾ ਸਾਡੇ ਟੀਵੀ ਜਾਂ ਸਾਡੇ ਜਿਹੜੇ ਮੂਵੀਜ਼ ਆ, ਫਿਲਮਾਂ ਆ, ਨਾਟਕਾਂ ਤੋਂ ਜਿਹੜੀ ਸਾਡੀ ਜੀਵਨ ਅਸੀਂ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਸੋਚਦੇ ਹਾਂ ਕਿ ਇਹ ਇੱਦਾਂ ਕਰਦੇ ਆ, ਸਾਡੇ ਕੋਲ ਕੀ ਆ, ਇਹ ਇੱਦਾਂ ਕਰਦੇ, ਅਸੀਂ ਕਿਉਂ ਨਹੀਂ ਕਰਦੇ। ਅਤੇ ਉਹਦੇ ਵਿੱਚ ਵੀ ਆਪਾਂ ਅਕਸਰ ਇਹ ਡਾਇਲੋਗ ਸੁਣਦੇ ਹਾਂ, ਚਾਹੇ ਉਹ ਪੰਜਾਬੀ ਫਿਲਮਾਂ ਹੋਣ, ਹਿੰਦੀ ਹੋਣ ਜਾਂ ਫਿਰ ਆਪਣੇ ਨਾਟਕ ਹੋਣ। ਉਹਨਾਂ ਦੇ ਵਿੱਚ ਇੱਕ ਡਾਇਲੋਗ ਬਹੁਤ ਫੇਮਸ ਆ ਕਿ ਜੋਸ਼ ਦੇ ਨਾਲ ਨਾਲ ਹੋਸ਼ ਬਹੁਤ ਜ਼ਰੂਰੀ ਆ। ਇਸੇ ਕਰਕੇ ਅੱਜ ਅਸੀਂ ਇਹ ਟੌਪਿਕ ਚੁਣਿਆ ਆ, ਕਿਉਂਕਿ ਹੁਣ ਆਪਾਂ ਦੇਖ ਰਹੇ ਹਾਂ ਕਿ ਸਾਡਾ ਜਿਹੜਾ ਸੰਘਰਸ਼ ਆ ਉਹ ਐਨ ਆਪਣੇ ਮੁਕਾਮ ਵੱਲ ਬਹੁਤ ਨੇੜੇ ਆ, ਸਾਡੀ ਜਿੱਤ ਦੇ, ਅਸੀਂ ਆਪਣੀ ਜਿੱਤ ਦੇ ਬਹੁਤ ਨੇੜੇ ਪਹੁੰਚ ਚੁੱਕੇ ਹਾਂ। ਅਤੇ ਹੁਣ ਸਾਨੂੰ ਆਪਣਾ ਇੱਕ ਇੱਕ ਕਦਮ ਸੋਚ ਸਮਝ ਕੇ ਜਿਹੜਾ ਆ ਉਹ ਰੱਖਣ ਦੀ ਲੋੜ ਆ। ਹੁਣ ਤੱਕ ਸਾਡੇ ਨੌਜਵਾਨਾਂ ਨੇ, ਸਾਡੇ ਸੰਘਰਸ਼ੀ ਯੋਧਿਆਂ ਨੇ ਬਹੁਤ ਸੋਚ ਸਮਝ ਤੋਂ ਕੰਮ ਲਿਆ ਆ, ਅਤੇ ਹੁਣ ਵੀ ਹੋਰ ਜ਼ਿਆਦਾ ਸੋਚ ਸਮਝ ਕੇ ਆਪਣਾ ਇੱਕ ਇੱਕ ਕਦਮ ਅੱਗੇ ਵਧਾਉਣ ਦੀ ਸਾਨੂੰ ਜ਼ਰੂਰਤ ਆ। ਅਤੇ ਹੁਣ ਸਾਡੇ ਬਜ਼ੁਰਗਾਂ ਨੂੰ ਵੀ ਇਹ ਚਾਹੀਦਾ ਕਿ ਜੇ ਸਾਡੀ ਜਵਾਨੀ ਨਸ਼ਿਆਂ ਦਾ ਖਹਿੜਾ ਛੱਡ ਕੇ ਜਾਂ ਇੱਕ ਦੂਜੇ ਦੇ ਖਿਲਾਫ ਜਾਂ ਇੱਕ ਸਿੰਗਰਾਂ ਦੇ ਖਿਲਾਫ ਕਿਸੇ ਵੀ ਇੱਦਾਂ ਦੇ ਜਿਹੜੇ ਕਿ ਜ਼ਰੂਰੀ ਮੁੱਦੇ ਨਹੀਂ ਹੈਗੇ ਉਹਨਾਂ 'ਤੇ ਆਪਣੀ ਬਹਿਸ ਵਸਈਆ ਲੜਾਈਆਂ ਛੱਡ ਕੇ ਜੇ ਉਹ ਸਿਰਫ ਇੱਕ ਮੁੱਦਾ ਲੈ ਕੇ ਉਹ ਆਪਣੀ ਇੱਕ ਸੋਚ ਬਣਾ ਕੇ ਇੱਕੋ ਹੀ ਰਾਹ ਦੇ ਜਿਹੜੇ ਉਹ ਪਾਂਧੀ ਬਣ ਚੁੱਕੇ ਆ ਨਾ, ਅਤੇ ਫਿਰ ਉਹਨਾਂ ਨੂੰ ਆਪਣੇ ਨਾਲੋਂ ਤੋੜਨ ਦੀ ਕੋਸ਼ਿਸ਼ ਨਾ ਕਰੋ, ਉਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖੋ। ਇਹ ਸਮਾਂ ਦੁਬਾਰਾ ਇਤਿਹਾਸ ਸਾਡਾ ਆਪਣੇ ਆਪ ਨੂੰ ਦੁਹਰਾ ਰਿਹਾ ਇੱਕ ਵਾਰੀ, ਅਤੇ ਹੁਣ ਵਾਰੀ ਸਾਡੀ ਆ ਕਿ ਅਸੀਂ ਇਤਿਹਾਸ ਨੂੰ ਨਵੇਂ ਪੰਨੇ ਜਿਹੜੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੇ ਜਾਣੇ ਆ। ਕੱਲ੍ਹ ਨੂੰ ਸਾਡਾ ਅੱਜ ਦਾ ਜਿਹੜਾ ਹਾਲਾਤ ਆ, ਅੱਜ ਦੇ ਜਿੱਦਾਂ ਦੇ ਮੌਜੂਦਾ ਸਾਡਾ ਸਮਾਂ ਬਣਿਆ ਹੋਇਆ ਆ, ਕੱਲ੍ਹ ਨੂੰ ਜਦੋਂ ਅਸੀਂ ਜਿੱਤ ਗਏ ਤਾਂ ਸਾਡੇ ਇਹ ਇਤਿਹਾਸ ਦਾ ਨਵਾਂ ਪੰਨਾ ਇੱਕ ਸਿਰਜਿਆ ਜਾਣਾ, ਜਿਹਨੂੰ ਕਿ ਸੁਨਹਿਰੀ ਅੱਖਰਾਂ ਦੇ ਵਿੱਚ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਣਾ ਆ। ਕਿਉਂਕਿ ਜੇ ਅੱਜ ਆਪਾਂ ਕਹਿੰਦੇ ਨਾ ਕਿ ਅਸੀਂ 18 ਵਾਰੀ ਅੱਗੇ ਵੀ ਦਿੱਲੀ ਜਿੱਤੀ ਆ, ਫਿਰ ਕੀ ਇੱਕ ਵਾਰੀ ਹੋਰ ਸਹੀ, ਅਤੇ ਇੱਦਾਂ ਹੀ ਜਦੋਂ ਆਪਾਂ ਹੁਣ ਜਿੱਤ ਹਾਸਲ ਕਰ ਲਈ ਤਾਂ ਫਿਰ ਇਹ 19ਵੀਂ ਜਿੱਤ ਜਿਹੜੀ ਆ ਇਹ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਣਾ ਸਾਡਾ ਇਤਿਹਾਸ। ਅਤੇ ਜੇ ਅਸੀਂ ਹੁਣ ਜੋਸ਼ ਨੂੰ ਇਕੱਲੇ ਨੂੰ ਛੱਡ ਦੇਵਾਂਗੇ ਜਾਂ ਅਸੀਂ ਕਹਾਂਗੇ ਕਿ ਅਸੀਂ ਜੋਸ਼ ਨੂੰ ਮੂਹਰੇ ਹੀ ਨਹੀਂ ਆਉਣ ਦੇਣਾ, ਅਤੇ ਉਹ ਫਿਰ ਕਿਤੇ ਨਾ ਕਿਤੇ ਅਸੀਂ ਆਪਣਾ ਨੁਕਸਾਨ ਆਪ ਕਰਾਂਗੇ, ਚਾਹੇ ਉਹ ਸਾਡਾ ਯੂਥ ਆ ਅਤੇ ਚਾਹੇ ਉਹ ਸਾਡੇ ਤਜਰਬੇਕਾਰ ਜਿਹੜੇ ਸਾਡੇ ਆਗੂ ਆ ਜਾਂ ਸਾਡੇ ਬਜ਼ੁਰਗ ਆ। ਕਿਉਂਕਿ ਜਦੋਂ ਉਮਰ ਦੇ ਤਕਾਜ਼ੇ ਦੇ ਨਾਲ ਨਾਲ ਸਾਡੇ ਬਜ਼ੁਰਗਾਂ ਨੇ ਬਹੁਤ ਸਾਰੀਆਂ ਧੁੱਪਾਂ ਛਾਵਾਂ, ਬਹੁਤ ਸਾਰੀਆਂ ਹਾਰਾਂ ਜਿੱਤਾਂ ਆਪਣੀ ਜ਼ਿੰਦਗੀ ਦੇ ਵਿੱਚ ਦੇਖੀਆਂ ਹੁੰਦੀਆਂ ਆ, ਅਤੇ ਫਿਰ ਉਹਨਾਂ ਦੀਆਂ ਉਹ ਜਿਹੜੀਆਂ ਜਿੱਤਾਂ ਹਾਰਾਂ ਆ ਨਾ ਉਹ ਤਜਰਬੇ ਬਣ ਜਾਂਦੀਆਂ ਆ। ਚਾਹੇ ਉਹ ਹਾਰੇ ਵੀ ਹੋਣ ਜ਼ਿੰਦਗੀ ਦੇ ਵਿੱਚ, ਉਹ ਵੀ ਇੱਕ ਤਜਰਬਾ ਹੁੰਦਾ ਜਿਹੜਾ ਸਾਡੀ ਜਵਾਨੀ ਨੂੰ ਇੱਕ ਨਵੀਂ ਸੇਧ ਦੇ ਸਕਦਾ ਆ। ਸਾਡੀ ਇਸ ਲੜਾਈ ਦੇ ਵਿੱਚ ਸਾਡੀ ਜਵਾਨੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅੱਗੇ ਆਉਣ ਦੀ, ਔਰ ਸਾਡੀ ਨੌਜਵਾਨ ਪੀੜ੍ਹੀ ਨੇ ਆਪਣਾ ਰੋਲ ਬਾਖੂਬੀ ਨਿਭਾਇਆ ਆ ਇਸ ਲੜਾਈ ਦੇ ਵਿੱਚ। ਜੇ ਅੱਜ ਅਸੀਂ ਇਹ ਕਹਿੰਦੇ ਨਾ ਕਿ ਸਾਡੀ ਜਿੱਤ ਹੁਣ ਹੋਰ ਇੱਕ ਅਸੀਂ ਜਿਹੜਾ ਲੈਵਲ ਆ ਉਹ ਪਾਰ ਕਰ ਚੁੱਕੇ ਹਾਂ, ਹੋਰ ਇੱਕ ਕਦਮ ਅਸੀਂ ਵੱਧ ਚੁੱਕੇ ਹਾਂ ਆਪਣੀ ਜਿੱਤ ਵੱਲ, ਅਤੇ ਉਹਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਨੇ ਬਹੁਤ ਜ਼ਿਆਦਾ ਜਿਹੜਾ ਆ ਉਹ ਸੂਝ ਬੂਝ ਤੋਂ, ਬਹੁਤ ਜ਼ਿਆਦਾ ਸਮਝਦਾਰੀ ਤੋਂ ਅਤੇ ਸਬਰ ਤੋਂ ਕੰਮ ਲਿਆ ਆ। ਕਿਉਂਕਿ ਉਹ ਆਪਣੇ ਬਜ਼ੁਰਗਾਂ ਦੇ ਪਿੱਛੇ ਰਹਿ ਕੇ ਉਹ ਉਹਨਾਂ ਦੇ ਹੁਕਮਾਂ ਦੇ ਮੁਤਾਬਿਕ ਚੱਲ ਰਹੇ ਆ। ਅਤੇ ਜੇ ਹੁਣ ਤੁਸੀਂ ਉਹਨਾਂ ਨੂੰ ਆਪਣੇ ਨਾਲੋਂ ਵੱਖ ਕਰ ਦੋਗੇ ਤਾਂ ਫਿਰ ਉਹਨਾਂ ਦੀ ਸੋਚ ਦਾ ਤਾਂ ਤੁਹਾਨੂੰ ਪਤਾ ਆ ਕਿ ਜੇ ਉਹ ਇਸ ਗੰਦੀ ਸਰਕਾਰ ਦੇ ਰੋਕਿਆਂ ਨਹੀਂ ਰੁਕੇ, ਇਹਨਾਂ ਦੀਆਂ ਰੁਕਾਵਟਾਂ ਮੂਹਰੇ ਉਹ ਨਹੀਂ ਥੰਮੇ, ਨਹੀਂ ਉਹ ਡਰੇ, ਅਤੇ ਹੁਣ ਵੀ ਉਹਨਾਂ ਨੇ ਡਰਨਾ ਨਹੀਂ ਆ, ਉਹ ਡਰ ਕੇ ਪਿੱਛੇ ਪੈਰ ਨਹੀਂ ਪਾਉਣਗੇ। ਅਤੇ ਜੇ ਆਪਾਂ ਸਾਰੇ ਰਲ ਕੇ ਚੱਲਦੇ ਹਾਂ ਇੱਕ ਦੂਜੇ ਦੇ ਨਾਲ, ਇੱਕ ਦੂਜੇ ਦਾ ਸਾਥ ਲੈ ਕੇ, ਇੱਕ ਦੂਜੇ ਦਾ ਸਾਥ ਬਣ ਕੇ, ਅਤੇ ਇੱਕ ਦੂਜੇ ਨੂੰ ਆਪਣਾ ਸਾਥ ਬਣਾ ਕੇ ਚੱਲਦੇ ਹਾਂ, ਸਾਰੇ ਇੱਕ ਦੂਜੇ ਦਾ ਯੋਗਦਾਨ ਦੇ ਕੇ ਚੱਲਦੇ ਆ, ਆਪਣਾ ਆਪਣਾ ਇਸ ਸੰਘਰਸ਼ ਦੇ ਵਿੱਚ ਬਣਦਾ ਹਿੱਸਾ ਪਾਉਂਦੇ ਆ, ਯੋਗਦਾਨ ਪਾਉਂਦੇ ਆ, ਤਾਂ ਸਾਡੀ ਜਿੱਤ ਨੂੰ ਕੋਈ ਵੀ ਇੱਦਾਂ ਦੀ ਤਾਕਤ ਨਹੀਂ ਆ ਜਿਹੜੀ ਸਾਡੀ ਜਿੱਤ ਨੂੰ ਜਿਹੜਾ ਆ ਉਹ ਸਾਡੇ ਤੋਂ ਖੋਹ ਲਵੇ। ਅਸੀਂ ਜਿੱਤਾਂਗੇ ਜ਼ਰੂਰ, ਜ਼ਰੂਰ ਜਿੱਤਣਾ। ਅਸੀਂ ਕਾਫੀ ਹੱਦ ਤੱਕ ਜਿੱਤ ਵੀ ਅਸੀਂ ਚੁੱਕੇ ਹਾਂ, ਕਿਉਂਕਿ ਸਾਨੂੰ ਦਿੱਲੀ ਪਹੁੰਚਣ ਤੋਂ ਰੋਕਿਆ ਗਿਆ ਸੀ, ਸਿਰਫ ਪੰਜਾਬ ਨੂੰ ਰੋਕਿਆ ਗਿਆ ਸੀ। ਹੁਣ ਤਾਂ ਹਰਿਆਣਾ, ਯੂਪੀ, ਉੱਤਰ ਪ੍ਰਦੇਸ਼,
ਬਹੁਤ ਸਾਰੇ ਸੂਬੇ ਜਿਹੜੇ ਆ ਉਹ ਨਾਲ ਰਲ ਚੁੱਕੇ ਆ ਪੰਜਾਬ ਦੇ। ਔਰ ਇਹ ਤਾਂ ਚਲੋ ਸਾਡੇ ਇੱਥੇ ਹੀ ਸੂਬੇ ਆ, ਈਵਨ ਕਿ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਾਡੇ ਬਜ਼ੁਰਗ, ਸਾਡੇ ਸਟੂਡੈਂਟ ਜਿੰਨਾ ਵੀ ਉਹ ਆਪਣੇ ਆਪਣੇ ਪੱਧਰ ਦੇ ਉੱਪਰ ਜਿੰਨਾ ਉਹ ਸਮਰਥਨ ਕਰ ਸਕਦੇ ਆ ਸਾਡੇ ਇਸ ਪ੍ਰੋਟੈਸਟ ਦਾ, ਉਹ ਕਰ ਰਹੇ ਆ। ਅਤੇ ਬਹੁਤ ਮਾਣ ਵਾਲੀ ਗੱਲ ਆ ਕਿ ਵਿਦੇਸ਼ਾਂ ਦੇ ਵਿੱਚ, ਦੂਜੇ ਦੇਸ਼ਾਂ ਦੇ ਵਿੱਚ ਵੀ ਜਿਹੜਾ ਆ ਸਾਡੇ ਇਹਨਾਂ ਹੱਕਾਂ ਦਾ, ਸਾਡੀਆਂ ਇਹਨਾਂ ਮੰਗਾਂ ਦਾ ਸਮਰਥਨ ਕੀਤਾ ਜਾ ਰਿਹਾ ਆ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਿਰਫ ਇੱਕ ਸਾਡੀ ਹੀ ਸਰਕਾਰ ਤੋਂ ਇਲਾਵਾ ਸ਼ਾਇਦ ਬਾਕੀ ਜਿਹੜੇ ਦੇਸ਼ ਆ ਉਹਨਾਂ ਦੇ ਵਿੱਚ ਜਿੰਨਾ ਸਾਡਾ ਸਮਰਥਨ ਕੀਤਾ ਜਾ ਰਿਹਾ, ਉਹ ਮੰਨ ਚੁੱਕੇ ਆ ਕਿ ਸਾਡੀਆਂ ਮੰਗਾਂ, ਸਾਡਾ ਇਹ ਪ੍ਰੋਟੈਸਟ ਗਲਤ ਨਹੀਂ ਆ, ਇਹ ਜਾਇਜ਼ ਆ, ਸਾਡੀਆਂ ਮੰਗਾਂ ਜਾਇਜ਼ ਆ, ਅਸੀਂ ਜਾਇਜ਼ ਹੱਕਾਂ ਦੇ ਲਈ ਲੜ ਰਹੇ ਹਾਂ। ਅਤੇ ਸਾਡੇ ਦਿੱਲੀ ਰਹਿੰਦੇ ਲੋਕਾਂ ਨੂੰ ਵੀ ਸਾਡੀ ਇਹ ਇੱਕ ਅਪੀਲ ਆ, ਸਾਡਾ ਇੱਕ ਸੁਝਾਅ ਆ ਕਿ ਸਾਡੇ ਪੰਜਾਬੀ ਕਿਸਾਨ ਜਿਹੜੇ ਇਸ ਧਰਨੇ ਦੇ ਵਿੱਚ ਇਸ ਵੇਲੇ ਮੈਦਾਨ ਦੇ ਵਿੱਚ ਉਤਰ ਚੁੱਕੇ ਆ, ਨਿੱਤਰ ਚੁੱਕੇ ਆ ਇਸ ਜੰਗ ਦੇ ਵਿੱਚ, ਉਹ ਲੋਕਾਂ ਦੇ ਖਿਲਾਫ ਨਹੀਂ ਆ। ਕਿਸੇ ਵੀ ਧਰਮ ਦੇ ਨਾਲ, ਕਿਸੇ ਵੀ ਬੰਦੇ ਦੇ ਨਾਲ ਉਹਨਾਂ ਦਾ ਕੋਈ ਵੈਰ ਵਿਰੋਧ ਨਹੀਂ ਆ। ਉਹ ਖਿਲਾਫ ਆ ਸਿਰਫ ਅਤੇ ਸਿਰਫ ਸਾਡੀ ਗੰਦੀ ਸਰਕਾਰ ਦੇ, ਗਲਤ ਕਾਨੂੰਨਾਂ ਦੇ, ਸਾਡੇ ਘਟੀਆ ਸਿਸਟਮ ਦੇ, ਸਾਡੇ ਗਲਤ ਸਿਸਟਮ ਦੇ ਖਿਲਾਫ ਆ ਇਹ ਧਰਨੇ। ਉਹਨਾਂ ਲੋਕਾਂ ਦੇ ਖਿਲਾਫ ਨਹੀਂ ਆ, ਅਤੇ ਨਾ ਸਾਡੇ ਕਰਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਿੱਤੀ ਜਾਊਗੀ। ਇਹਦੀ ਇੱਕ ਮਿਸਾਲ ਆਪਾਂ ਇਹ ਦੇਖ ਸਕਦੇ ਹਾਂ ਕਿ ਸਾਡੇ ਸਿੰਘਾਂ ਦੇ ਉੱਪਰ, ਸਾਡੇ ਕਿਸਾਨਾਂ ਦੇ ਉੱਪਰ, ਜਿਹੜੇ ਵੀ ਇਸ ਸੰਘਰਸ਼ ਦੇ ਵਿੱਚ ਸਾਡੇ ਨੌਜਵਾਨ ਆ, ਸਾਡੇ ਯੋਧੇ, ਕੋਈ ਵੀ ਉਹ ਦਲੇਰੀ ਦੇ ਨਾਲ ਸਾਹਮਣਾ ਕਰਦੇ ਆ ਸਾਡੀ ਇਸ ਪੁਲਿਸ ਦਾ ਜਾਂ ਉਹਨਾਂ ਦੀਆਂ ਧੱਕੇ ਦਾ, ਉਹਨਾਂ ਦੇ ਤਸ਼ੱਦਦਾਂ ਦਾ, ਅਤੇ ਉਹਨਾਂ ਦੇ ਉੱਪਰ ਪਰਚੇ ਦਰਜ ਕਰ ਰਹੀ ਹੈ ਸਾਡੀ ਪੁਲਿਸ। ਪਰ ਫਿਰ ਵੀ ਜਜ਼ਬਾ ਦੇਖੋ ਸਾਡੇ ਲੋਕਾਂ ਦਾ, ਉਹ ਉਹਨਾਂ ਨੂੰ ਵੀ ਬਰਾਬਰ ਬਿਠਾਲ ਕੇ ਸੰਗਤ ਦੇ ਵਿੱਚ ਲੰਗਰ ਛਕਾ ਰਹੇ ਆ। ਉਹ ਇਹ ਨਹੀਂ ਕਹਿ ਰਹੇ, ਉਹਨਾਂ ਦੇ ਮਨ ਦੇ ਵਿੱਚ ਕੋਈ ਨਫ਼ਰਤ ਨਹੀਂ ਆ ਉਹਨਾਂ ਪੁਲਿਸ ਅਧਿਕਾਰੀਆਂ ਦੇ ਲਈ ਵੀ ਜਿਹੜੇ ਉਹਨਾਂ ਦੇ ਉੱਪਰ ਗਲਤ ਪਰਚੇ ਦਰਜ ਕਰੀ ਜਾ ਰਹੇ, ਜਿਹੜੇ ਕਿ ਦਰਜ ਕਰਨੇ ਬਣਦੇ ਵੀ ਨਹੀਂ ਆ। ਅਤੇ ਫਿਰ ਤੁਹਾਡੇ ਤਾਂ ਸਾਡੇ ਨਾਲ ਕੋਈ ਰੌਲਾ ਹੀ ਹੈ ਨਹੀਂ ਗਾ, ਤੁਸੀਂ ਤਾਂ ਆਪ ਸਾਡੇ ਵਰਗੇ ਆ। ਬਸ ਫਰਕ ਇੰਨਾ ਆ ਕਿ ਅਸੀਂ ਸਿਰ ਚੱਕ ਲਿਆ ਅਤੇ ਤੁਸੀਂ ਸ਼ਾਇਦ ਹਜੇ ਆਪਣੀਆਂ ਜ਼ਮੀਰਾਂ ਨੂੰ ਨਹੀਂ ਜਗਾ ਸਕੇ। ਸੋ ਸਾਡੀ ਤੁਹਾਨੂੰ ਵੀ ਅਪੀਲ ਆ ਕਿ ਤੁਸੀਂ ਸਾਡੇ ਬਾਰੇ ਕੁਛ ਗਲਤ ਨਾ ਸੋਚਦੇ ਹੋਏ ਸਾਡਾ ਸਾਥ ਦਿਓ, ਸਾਡੇ ਇਸ ਪ੍ਰੋਟੈਸਟ ਦੇ ਵਿੱਚ ਤੁਸੀਂ ਵੀ ਸਾਡਾ ਸਮਰਥਨ ਕਰੋ। ਇਹ ਜਿਹੜੇ ਧਰਨੇ ਹੋ ਰਹੇ, ਜਿਹੜਾ ਪ੍ਰੋਟੈਸਟ ਹੋ ਰਿਹਾ ਆ, ਇਹ ਸਿਰਫ ਕਿਸਾਨਾਂ ਦੇ ਹੱਕ ਦੇ ਲਈ ਨਹੀਂ ਆ, ਇਹ ਸਾਰਿਆਂ ਦੇ ਹੱਕ ਦੇ ਲਈ, ਕਿਉਂਕਿ ਸਾਡੀ ਸਰਕਾਰ ਨੇ ਕਿਤੇ ਨਾ ਕਿਤੇ ਹਰੇਕ ਬੰਦੇ ਦਾ, ਹਰੇਕ ਆਮ ਇਨਸਾਨ ਦਾ ਹੱਕ ਜ਼ਰੂਰ ਮਾਰਿਆ ਆ। ਸੋ ਸਾਨੂੰ ਸਾਰਿਆਂ ਨੂੰ ਇਹ ਲੋੜ ਆ ਕਿ ਅਸੀਂ ਜਿੰਨਾ ਵੀ ਆਪਣਾ ਯੋਗਦਾਨ ਪਾ ਸਕਦੇ ਹਾਂ ਉਹ ਪਾਈਏ। ਅਤੇ ਜੇ ਫਿਰ ਵੀ ਕਈਆਂ ਦੀ ਹਜੇ ਵੀ ਇਹ ਸੋਚ ਆ ਕਿ ਸ਼ਾਇਦ ਇਹ ਲੋਕ ਗਲਤ ਆ, ਹੈ ਨਾ, ਜਾਂ ਇਹ ਤੁਸੀਂ ਸਾਡਾ ਸਾਥ ਨਹੀਂ ਦੇਣਾ, ਇਸ ਪ੍ਰੋਟੈਸਟ ਨੂੰ ਤੁਸੀਂ ਜਿਹੜਾ ਸਮਰਥਨ ਨਹੀਂ ਦੇਣਾ, ਨਾ ਦਿਓ, ਪਰ ਤੁਸੀਂ ਇਹਦਾ ਵਿਰੋਧ ਵੀ ਨਾ ਕਰੋ, ਕਿਉਂਕਿ ਜੇ ਇਹ ਤੁਹਾਡੇ ਹੱਕ ਦੇ ਵਿੱਚ ਨਹੀਂ ਨਾ ਤੁਹਾਨੂੰ ਲੱਗਦਾ, ਤਾਂ ਇਹ ਤੁਹਾਡੇ ਵਿਰੋਧ ਦੇ ਵਿੱਚ ਵੀ ਨਹੀਂ ਆ। ਇਹ ਸਿਰਫ ਅਤੇ ਸਿਰਫ ਸਾਡੇ ਗੰਦੇ ਸਿਸਟਮ ਦੇ ਵਿਰੋਧ ਦੇ ਵਿੱਚ ਆ, ਸਾਡੀ ਘਟੀਆ ਸਰਕਾਰ ਦੇ ਗਲਤ ਕਾਨੂੰਨਾਂ, ਗਲਤ ਨੀਤੀਆਂ ਦੇ ਵਿਰੋਧ ਦੇ ਵਿੱਚ ਆ। ਸੋ ਤੁਸੀਂ ਪਹਿਲੀ ਗੱਲ ਤਾਂ ਸਾਰਿਆਂ ਨੂੰ ਆਪਣਾ ਆਪਣਾ ਫਰਜ਼ ਸਮਝ ਕੇ ਇਸ ਪ੍ਰੋਟੈਸਟ ਦਾ ਹਿੱਸਾ ਬਣਨਾ ਚਾਹੀਦਾ ਆ, ਇਹਨੂੰ ਸਮਰਥਨ ਦੇਣਾ ਚਾਹੀਦਾ ਆ। ਅਤੇ ਜੇ ਫਿਰ ਵੀ ਤੁਸੀਂ ਨਹੀਂ ਦੇਣਾ ਤਾਂ ਘੱਟੋ ਘੱਟ ਸਾਡੇ ਇਸ ਪ੍ਰੋਟੈਸਟ ਨੂੰ ਤੁਸੀਂ ਜਿਹੜਾ ਆ ਉਹ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ। ਹੁਣ ਆਉਂਦੇ ਆ ਕਿ ਮੈਂ ਬਦਨਾਮ ਵਰਡ ਕਿਉਂ ਯੂਜ਼ ਕੀਤਾ, ਉਹਦਾ ਵੀ ਇੱਕ ਮੇਰੇ ਕੋਲ ਕਾਰਨ ਆ, ਜਾਂ ਮੈਂ ਕਹਾਂ ਕਿ ਇੱਕ ਗੱਲ ਆ ਮੇਰੇ ਮਨ ਦੇ ਵਿੱਚ ਕਿ ਜੇ ਆਪਾਂ ਸਰਕਾਰਾਂ ਦੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸਾਡੀ ਸਰਕਾਰ ਆ ਜਿਹੜੀ, ਜਦੋਂ ਤਾਂ ਸਾਡੇ ਪੰਜਾਬ ਦੇ ਪੁੱਤ, ਦਲੇਰ ਮਾਵਾਂ ਦੇ ਸ਼ੇਰ ਪੁੱਤ, ਜਦੋਂ ਤਾਂ ਬਾਰਡਰਾਂ 'ਤੇ ਜਾ ਕੇ ਗੋਲੀਆਂ ਖਾਂਦੇ ਆ ਵੈਰੀਆਂ ਦੀਆਂ, ਦੁਸ਼ਮਣਾਂ ਦੀਆਂ, ਪਾਕਿਸਤਾਨ ਵਾਲਿਆਂ ਦੀਆਂ, ਕਦੀ ਚਾਈਨਾ ਵਾਲਿਆਂ ਦੀਆਂ, ਜਦੋਂ ਉਹਨਾਂ ਦੀਆਂ ਜਵਾਨ ਜਹਾਨ ਪੁੱਤਾਂ ਦੀਆਂ ਲਾਸ਼ਾਂ ਮਾਪਿਆਂ ਦੇ ਮੂਹਰੇ ਆਉਂਦੀਆਂ ਤਾਂ ਉਹਨਾਂ ਨੂੰ ਦੇਸ਼ ਭਗਤ ਦਾ ਦਰਜਾ ਦਿੱਤਾ ਜਾਂਦਾ ਆ, ਉਹਨਾਂ ਦੇ ਉੱਪਰ ਮਾਣ ਮਹਿਸੂਸ ਕੀਤਾ ਜਾਂਦਾ ਆ ਕਿ ਇਹ ਸਾਡੇ ਜਿਹੜੇ ਆ ਦੇਸ਼ ਭਗਤ ਆ, ਇਹਨਾਂ ਨੇ ਦੇਸ਼ ਦੀ ਖਾਤਰ ਜਾਨਾਂ ਵਾਰੀਆਂ, ਉਦੋਂ ਉਹ ਦੇਸ਼ ਭਗਤ। ਅਤੇ ਅੱਜ ਉਹਨਾਂ ਹੀ ਦੇਸ਼ ਭਗਤਾਂ ਦੇ ਮਾਂ ਬਾਪ ਅਤੇ ਉਹਨਾਂ ਦੇ ਭੈਣ ਭਰਾ ਅਤੇ ਉਹਨਾਂ ਦੇ ਬੱਚੇ ਜਦੋਂ ਆਪਣੇ ਹੱਕਾਂ ਦੇ ਲਈ ਤੁਹਾਡੇ ਦਰਵਾਜ਼ੇ 'ਤੇ ਆਏ ਆ, ਅਤੇ ਉਦੋਂ ਤੁਸੀਂ ਉਹਨਾਂ ਨੂੰ ਅੱਤਵਾਦੀਆਂ ਦਾ ਨਾਮ ਦਿੰਦੇ ਆ। ਇਹ ਕਿਹੜੇ ਹਿਸਾਬ ਦੇ ਨਾਲ ਤੁਸੀਂ ਰਿਸ਼ਤੇਦਾਰੀ ਬਣਾਉਂਦੇ ਆ? ਕਿਹੜੀ ਰਿਸ਼ਤੇਦਾਰੀ ਹੈ ਜਿਹੜੀ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਜਦੋਂ ਤਾਂ ਉਹ ਦੇਸ਼ ਦੀਆਂ ਸਰਹੱਦਾਂ ਦੇ ਉੱਪਰ ਜਾ ਕੇ ਗੋਲੀਆਂ ਖਾਣ ਉਦੋਂ ਉਹ ਦੇਸ਼ ਭਗਤ,
ਜਦੋਂ ਦੇਸ਼ ਦੀ ਖਾਤਰ ਖਾਂਦੇ, ਜਦੋਂ ਉਹ ਆਪਣੇ ਹੱਕਾਂ ਦੇ ਲਈ ਮੂਹਰੇ ਆਏ ਆ, ਆਪਣੇ ਹੱਕਾਂ ਦੇ ਲਈ ਆਪਣੀਆਂ ਮੰਗਾਂ ਤੁਹਾਡੇ ਮੂਹਰੇ ਰੱਖਦੇ, ਉਦੋਂ ਉਹ ਅੱਤਵਾਦੀ ਬਣ ਜਾਂਦੇ ਆ। ਜਦੋਂ ਫਿਰ ਉਹ ਉੱਥੇ ਸਰਹੱਦਾਂ ਦੇ ਉੱਪਰ ਸਾਰਿਆਂ ਤੋਂ ਮੂਹਰੇ ਉਹਨਾਂ ਨੂੰ ਕੀਤਾ ਜਾਂਦਾ, ਉਹ ਵੀ ਤਾਂ ਇਸੇ ਪੰਜਾਬ ਦੀ ਧਰਤੀ 'ਤੇ ਜਾਏ ਹੁੰਦੇ ਆ, ਉਹ ਦੇਸ਼ ਭਗਤ ਆ। ਅਤੇ ਫਿਰ ਬਾਕੀ ਜਿਹੜੇ ਪੰਜਾਬੀ ਆ, ਉਹਨਾਂ ਦੇ ਹੀ ਭੈਣ ਭਰਾ, ਉਹਨਾਂ ਦੇ ਹੀ ਮਾਂ ਬਾਪ, ਉਹ ਅੱਤਵਾਦੀ ਕਿਹੜੇ ਪਾਸਿਓਂ ਤੁਹਾਨੂੰ ਲੱਗਦੇ ਆ? ਇਹ ਗੱਲ ਜ਼ਰੂਰ ਸੋਚਣ ਦੀ ਲੋੜ ਆ ਸਾਡੀਆਂ ਸਰਕਾਰਾਂ ਨੂੰ ਵੀ, ਸਾਡੇ ਲੀਡਰਾਂ ਨੂੰ ਵੀ, ਅਤੇ ਸਭ ਤੋਂ ਜ਼ਿਆਦਾ ਜ਼ਰੂਰੀ ਸਾਡੇ ਘਟੀਆ ਸੋਚ ਵਾਲੇ ਜਿਹੜੇ ਕਿ ਕੁਛ ਪੈਸਿਆਂ ਦੇ ਲਈ ਵਿਕ ਜਾਂਦੇ ਆ। ਅਤੇ ਹੁਣ ਵੀ ਬਹੁਤ ਸਾਰੇ ਲੋਕ ਇੱਦਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਇਸ ਪ੍ਰੋਟੈਸਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਹ ਸਾਡੇ ਇਸ ਪ੍ਰੋਟੈਸਟ ਦੀ ਜਿਹੜੀ ਕਾਮਯਾਬੀ ਆ ਉਹ ਮੰਨ ਚੁੱਕੇ ਆ ਕਿ ਇਹਨਾਂ ਨੇ ਕਾਮਯਾਬ ਹੋਣਾ ਹੀ ਹੋਣਾ ਆ, ਪਰ ਹੁਣ ਉਹ ਆਪਣੇ ਡਰ ਨੂੰ ਲੁਕਾਉਣ ਦੇ ਲਈ ਸਾਡੇ ਇਸ ਪ੍ਰੋਟੈਸਟ ਨੂੰ ਜਿਹੜਾ ਆ ਉਹ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਔਰ ਹਜੇ ਕਰਨਗੇ। ਪਰ ਇੱਥੇ ਸਾਡੇ ਲੋਕਾਂ ਨੂੰ ਆਪਣੀ ਸੂਝ-ਬੂਝ ਤੋਂ, ਆਪਣੀ ਸਮਝਦਾਰੀ ਤੋਂ ਕੰਮ ਲੈਣਾ ਪੈਣਾ ਆ ਕਿ ਅਸੀਂ ਇੱਦਾਂ ਦੀਆਂ ਜਿਹੜੀਆਂ ਗਲਤ ਅਫਵਾਹਾਂ ਆ ਉਹਨਾਂ ਦੇ ਮਗਰ ਨਾ ਲੱਗੀਏ ਅਤੇ ਆਪਣੇ ਲੋਕਾਂ ਦਾ ਸਾਥ ਕਿਸੇ ਵੀ ਕੀਮਤ 'ਤੇ ਨਾ ਛੱਡੀਏ। ਕਿਉਂਕਿ ਕਿਹਾ ਜਾਂਦਾ ਨਾ, ਕੱਲਾ ਸੋ ਕੱਲਾ 2 11, ਅਤੇ ਹੁਣ ਤਾਂ ਇੱਥੇ 11 ਛੱਡੋ, ਕਈ ਮਤਲਬ ਕਾਫੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਫੌਜ ਇਕੱਠੀ ਹੋ ਚੁੱਕੀ ਆ ਗੁਰੂ ਦੀ। ਔਰ ਅੱਜ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਆ, ਉਹਨਾਂ ਦਾ ਗੁਰਪੁਰਬ ਆ, ਅਤੇ ਪਹਿਲਾਂ ਵੀ ਸਾਡੀਆਂ ਜਿਹੜੀਆਂ ਫੌਜਾਂ ਹੀ ਆ ਜਿਹੜੀਆਂ ਉੱਥੇ ਬੈਠੀਆਂ ਆ, ਆਪਣਾ ਸੀਸ ਧਲੀ 'ਤੇ ਧਰ ਕੇ ਜਿਹੜੇ ਘਰੋਂ ਗਏ ਆ, ਜਿਹੜੇ ਆਪਣੇ ਘਰਦਿਆਂ ਨੂੰ ਇਹ ਕਹਿ ਕੇ ਗਏ ਕਿ ਸਾਡੀ ਉਡੀਕ ਨਾ ਰੱਖਿਓ, ਅਸੀਂ ਚਾਹੇ ਆਈਏ ਚਾਹੇ ਨਾ ਆਈਏ, ਪਰ ਅਸੀਂ ਜੋ ਲੈਣ ਚੱਲੇ ਹਾਂ, ਜਿਹੜੀ ਅਸੀਂ ਜਿੱਤ ਲੈਣ ਚੱਲੇ ਹਾਂ, ਉਹ ਜਿੱਤ ਜ਼ਰੂਰ ਸਾਨੂੰ ਮਿਲੂਗੀ। ਅਤੇ ਉਹ ਲੋਕ ਜਿਹੜੇ ਉੱਥੇ ਬੈਠੇ ਆ, ਉਹ ਘਰਦਿਆਂ ਨੂੰ ਇਹ ਸੋਚ ਕੇ ਗਏ ਆ, ਅਤੇ ਘਰਦਿਆਂ ਨੇ ਵੀ ਇਹ ਸੋਚ ਕੇ ਉਹਨਾਂ ਨੂੰ ਭੇਜਿਆ ਆ ਕਿ ਸ਼ਾਇਦ ਇਹਨਾਂ ਨੇ ਵਾਪਸ ਨਹੀਂ ਆਉਣਾ। ਜਿਗਰੇ ਦੇਖੋ ਤੁਸੀਂ ਉਹਨਾਂ ਲੋਕਾਂ ਦੇ, ਉਹਨਾਂ ਮਾਵਾਂ ਦੇ, ਉਹਨਾਂ ਭੈਣਾਂ ਦੇ, ਅਤੇ ਉਹਨਾਂ ਬੱਚਿਆਂ ਦੇ ਜਿਨ੍ਹਾਂ ਨੇ ਆਪਣੇ ਮਾਂ ਬਾਪ ਨੂੰ ਇਸ ਸੰਘਰਸ਼ ਦੇ ਵਿੱਚ ਮੂਹਰੇ ਹੋ ਕੇ ਤੋਰਿਆ ਆ। ਸੋ ਇਹ ਗੱਲਾਂ ਸਾਨੂੰ ਸੋਚਣੀਆਂ ਪੈਣੀਆਂ ਆ ਕਿ ਹੁਣ ਜਦੋਂ ਅਸੀਂ ਆਪਣੀ ਜਿੱਤ ਦੇ ਇੰਨਾ ਨੇੜੇ ਆ ਚੁੱਕੇ ਹਾਂ, ਅਤੇ ਅਸੀਂ ਇਸ ਮੂਵਮੈਂਟ ਦੇ ਵਿੱਚ ਕਿੱਦਾਂ ਆਪਣਾ ਯੋਗਦਾਨ ਪਾਉਣਾ ਆ। ਅਤੇ ਜਿੱਦਾਂ ਮੈਂ ਦੱਸਿਆ, ਜੇ ਆਪਾਂ ਯੋਗਦਾਨ ਨਹੀਂ ਵੀ ਪਾਉਣਾ, ਅਤੇ ਘੱਟੋ ਘੱਟ ਆਪਣੇ ਪੱਧਰ ਦੇ ਉੱਪਰ ਅਸੀਂ ਇੱਦਾਂ ਦੇ ਲੋਕਾਂ ਦੀਆਂ ਗਲਤ ਫਹਿਮੀਆਂ ਜਿਹੜੀਆਂ ਜ਼ਰੂਰ ਦੂਰ ਕਰੀਏ, ਜਿਹੜੀਆਂ ਕਿ ਸਾਡੇ ਸੰਘਰਸ਼ ਨੂੰ ਕਮਜ਼ੋਰ ਬਣਾਉਣ ਬਾਰੇ ਸੋਚੀਆਂ ਜਾ ਰਹੀਆਂ, ਜਿਹੜੀਆਂ ਚਾਲਾਂ ਜਾਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਆ। ਅਤੇ ਇਹ ਤਾਂ ਰਹੀ ਸਾਡੀ ਸਰਕਾਰਾਂ ਦੀ ਗੱਲ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਸਾਡੇ ਆਪਣੇ ਹੀ ਲੋਕਾਂ ਦੀ। ਜਿੱਦਾਂ ਕਿ ਮੈਂ ਇੱਕ ਸਟੇਟਮੈਂਟ ਸੁਣੀ, ਉਹਦੇ ਵਿੱਚ ਕਿਹਾ ਗਿਆ ਕਿ ਦੀਪ ਸਿੱਧੂ ਨੂੰ ਸਟੇਜ ਦੇ ਲਾਗੇ ਛਾਗੇ ਵੀ ਨਾ ਆਉਣ ਦਿੱਤਾ ਜਾਵੇ, ਦੀਪ ਸਿੱਧੂ ਨੂੰ ਬੋਲਣ ਨਾ ਦਿੱਤਾ ਜਾਵੇ। ਇਹ ਗੱਲ ਕਿਸ ਹੱਦ ਤੱਕ ਸਹੀ ਆ? ਹੋ ਸਕਦਾ ਮੇਰੇ ਵਿਚਾਰਾਂ ਦੇ ਨਾਲ ਕਈ ਲੋਕ ਨਾ ਰਾਜ਼ੀ ਹੋਣ, ਸਹਿਮਤ ਹੋਣ, ਪਰ ਮੈਨੂੰ ਵੀ ਪੂਰਾ ਹੱਕ ਆ ਬੋਲਣ ਦਾ, ਅਤੇ ਤੁਹਾਨੂੰ ਵੀ ਪੂਰਾ ਹੱਕ ਆ ਬੋਲਣ ਦਾ। ਅਤੇ ਇਸੇ ਤਰ੍ਹਾਂ ਫਰੀਡਮ ਆਫ ਸਪੀਚ ਦੀਪ ਸਿੱਧੂ ਨੂੰ ਵੀ ਮਿਲਦੀ ਆ। ਇਹੀ ਹੱਕ ਦੀਪ ਸਿੱਧੂ ਨੂੰ ਵੀ ਆ, ਉਹ ਵੀ ਆਪਣਾ ਪੱਖ ਰੱਖ ਸਕਦਾ ਆ ਲੋਕਾਂ ਦੇ ਮੂਹਰੇ। ਅਸੀਂ ਕਿਸੇ ਨੂੰ ਬੋਲਣ ਤੋਂ ਨਹੀਂ ਰੋਕ ਸਕਦੇ, ਅਤੇ ਨਾ ਸਾਨੂੰ ਰੋਕਣਾ ਚਾਹੀਦਾ ਆ, ਕਿਉਂਕਿ ਇਹ ਉਹੀ ਦੀਪ ਸਿੱਧੂ ਆ ਜਿਹੜਾ 2 ਮਹੀਨੇ ਸ਼ੰਭੂ ਮੋਰਚੇ 'ਤੇ ਡਟ ਕੇ ਬੈਠਾ ਰਿਹਾ। ਇੱਕ ਟਾਈਮ ਉਹ ਵੀ ਸੀ ਜਦੋਂ ਸਾਰੇ ਹੀ ਜਿਹੜੇ ਪਹਿਲਾਂ ਦੀਪ ਸਿੱਧੂ ਦੇ ਨਾਲ ਖੜੇ ਸੀ, ਮੁੜ ਕੇ ਸਾਰਿਆਂ ਨੇ ਇੱਕ ਪਾਸਾ ਕਰ ਲਿਆ ਸੀ, ਅਤੇ ਉਹ ਇਕੱਲਾ ਰਹਿ ਗਿਆ ਸੀ। ਉਹ ਸੂਰਮੇ ਨੇ ਫਿਰ ਵੀ ਪੈਰ ਪਿੱਛੇ ਨਹੀਂ ਪਾਏ। ਉੱਥੋਂ ਹੀ ਸਾਨੂੰ ਜਿਹੜੀ ਆ ਉਹ ਕਾਫੀ ਹੱਦ ਤੱਕ ਉਹਦੇ ਬਾਰੇ ਸਾਨੂੰ ਆਪਣੇ ਆਪ 'ਚ ਜਿਹੜੀ ਗਲਤ, ਜਿਹੜੀ ਅਸੀਂ ਇੱਦਾਂ ਦੀ ਵਿਚਾਰਧਾਰਾ ਬਣਾਉਂਦੇ ਹਾਂ, ਜਿਹੜੇ ਲੋਕ ਬਣਾਉਂਦੇ ਆ, ਉਹਨਾਂ ਨੂੰ ਉਸ ਚੀਜ਼ ਤੋਂ ਇੱਕ ਵਾਰੀ 2 ਮਹੀਨੇ ਪਿੱਛੇ ਦੇਖਣਾ ਚਾਹੀਦਾ ਆ ਕਿ ਜਿੱਥੇ ਵੀ ਉਹ ਬੋਲਿਆ ਹੋਊਗਾ, ਕਦੋਂ ਉਹਨੇ ਆਪਣੇ ਲਈ ਬੋਲਿਆ। ਕਿਉਂ ਆਪਾਂ ਡਰਦੇ ਹਾਂ? ਤੁਸੀਂ ਕਿਉਂ ਡਰਦੇ ਆ ਇਸ ਗੱਲ ਤੋਂ ਕਿ ਜੀ ਉਹਨੂੰ ਅਸੀਂ ਬੋਲਣ ਨਹੀਂ ਦੇਣਾ? ਕਿਉਂ ਨਹੀਂ ਬੋਲਣ ਦੇਣਾ? ਕਿਉਂਕਿ ਉਹ ਪੜ੍ਹਿਆ ਲਿਖਿਆ ਆ। ਇਸ ਗਲਤ ਸਿਸਟਮ ਨੂੰ, ਇਸ ਘਟੀਆ ਸਿਸਟਮ ਨੂੰ ਉਹ ਚੈਲੰਜ ਕਰਦਾ, ਇਸ ਕਰਕੇ ਉਹਨੂੰ ਨਹੀਂ ਬੋਲਣ ਦਿੱਤਾ ਜਾਣਾ ਚਾਹੀਦਾ। ਅਤੇ ਦੂਜੀ ਗੱਲ ਇਹ ਆ ਕਿ ਜੇ ਆਪਾਂ ਇਹ ਕਹਿੰਦੇ ਹਾਂ ਕਿ ਦੀਪ ਸਿੱਧੂ ਨੂੰ ਅਸੀਂ ਹੁਣ ਪਿੱਛੇ ਪਾ ਦਈਏ, ਅਸੀਂ ਉਹਨੂੰ ਬੋਲਣ ਨਹੀਂ ਦੇਣਾ, ਕੋਈ ਫਰਕ ਨਹੀਂ ਪੈਣਾ ਉਹਨੂੰ, ਉਹ ਨਾ ਬੋਲੂਗਾ। ਇੰਨੇ ਸਾਲ ਆਪਾਂ ਕਿਹੜਾ ਬੋਲਦੇ ਰਹੇ ਹਾਂ? ਇੰਨੇ ਸਾਲ ਸਾਰੇ ਜੋ ਹੁੰਦਾ ਆ, ਜਿੱਦਾਂ ਦੀ ਸਰਕਾਰ ਆਈ, ਜਿੰਨਾ ਧੱਕਾ ਹੁੰਦਾ ਰਿਹਾ, ਸਾਰਾ ਕੁਛ ਚੱਲਦਾ ਰਿਹਾ। ਇੰਨੇ ਸਾਲ ਆਪਾਂ ਨਹੀਂ ਬੋਲੇ, ਕੀ ਹੋਇਆ? ਕੁਛ ਵੀ ਨਹੀਂ ਹੋਇਆ। ਜੇ ਹੁਣ ਬੋਲਣ ਲੱਗੇ ਹਾਂ, ਅਤੇ ਹੁਣ ਇੱਕ ਆਵਾਜ਼ ਦੇ ਵਿੱਚ ਬੋਲਣ ਦੀ ਲੋੜ ਆ, ਇੱਕ ਦੂਜੇ ਦੀ ਆਵਾਜ਼ ਦਬਾਉਣ ਦੀ ਲੋੜ ਨਹੀਂ ਆ। ਜੇ ਆਵਾਜ਼ ਦਬਾਉਣੀ ਆ ਤਾਂ ਇਹੀ ਜਿਹੜਾ ਜੋਸ਼ ਆ ਨਾ, ਇਹ ਸਰਕਾਰ ਦੇ ਖਿਲਾਫ ਸਾਨੂੰ ਦਿਖਾਉਣਾ ਚਾਹੀਦਾ ਆ, ਆਪਣੇ ਲੋਕਾਂ ਦੇ ਖਿਲਾਫ ਨਹੀਂ।
ਚਾਹੇ ਉਹ ਲੱਖਾ ਸਿਧਾਣਾ ਆ, ਚਾਹੇ ਉਹ ਦੀਪ ਸਿੱਧੂ ਆ, ਚਾਹੇ ਉਹ ਕੋਈ ਹੋਰ ਯੂਥ ਦਾ ਆਈਡੀਅਲ ਬਣ ਕੇ ਇਸ ਵੇਲੇ ਉਹ ਸਾਡੀ ਨੌਜਵਾਨ ਪੀੜ੍ਹੀ ਨੂੰ ਇੱਕ ਸੇਧ ਦੇ ਰਹੇ ਆ। ਲੱਖੇ ਸਿਧਾਣੇ ਨੂੰ ਕਿੰਨਾ ਟਾਈਮ ਹੋ ਗਿਆ, ਉਹ ਕਿੰਨੇ ਟਾਈਮ ਤੋਂ ਰੌਲਾ ਪਾ ਰਿਹਾ, ਕਦੀ ਪੰਜਾਬ ਦੇ ਪਾਣੀਆਂ ਦੇ ਲਈ, ਕਦੀ ਆਹ ਗੰਦੇ ਪਾਣੀ ਦੇ ਲਈ ਕਿ ਲੋਕਾਂ ਦੀ ਸਿਹਤ ਲਈ ਸਾਨੂੰ ਕੈਂਸਰ ਦੀਆਂ ਬਿਮਾਰੀਆਂ ਹੋ ਰਹੀਆਂ ਆ, ਇਹਨਾਂ ਕਾਰਨਾਂ ਕਰਕੇ ਹੋ ਰਹੀਆਂ ਆ। ਉਹ ਕਿੰਨਾ ਉਹਨੇ ਰੌਲਾ ਪਾਇਆ। ਜੇ ਹੁਣ ਉਹ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਣ ਲੱਗੀ ਆ, ਜਾਂ ਉਹ ਨੁਮਾਇੰਦੇ ਜਿਹੜੇ ਅੱਜ ਤੱਕ ਲੋਕਾਂ ਨੂੰ ਆਪ ਰੌਲਾ ਹੋਕਾ ਦਿੰਦੇ ਰਹੇ ਆ ਕਿ ਸਾਨੂੰ ਆਹ ਪਰੇਸ਼ਾਨੀ ਆ, ਸਾਨੂੰ ਆਹ ਦਿੱਕਤ ਆ, ਸਾਨੂੰ ਸੋਚਣਾ ਚਾਹੀਦਾ, ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਆ, ਉਦੋਂ ਤੱਕ ਕਿਸੇ ਨੇ ਇੱਦਾਂ ਦੀਆਂ ਆਵਾਜ਼ਾਂ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੋਊਗੀ ਸਰਕਾਰਾਂ ਨੇ, ਪਰ ਤੁਸੀਂ ਨਹੀਂ ਕਦੀ। ਤੁਸੀਂ ਦਬਾਉਣ ਦੀ ਤਾਂ ਗੱਲ ਛੱਡੋ, ਵਧੀਆ ਨਹੀਂ ਦਬਾਇਆ, ਪਰ ਤੁਸੀਂ ਕਦੀ ਉਹਨਾਂ ਦਾ ਸਾਥ ਕਿੰਨਾ ਕੁ ਦੇ ਦਿੱਤਾ ਤੁਸੀਂ ਉਹਦਾ। ਜੇ ਤੁਸੀਂ ਉਸ ਸਮੇਂ 'ਤੇ ਉਹਨਾਂ ਦਾ ਸਾਥ ਨਹੀਂ ਦਿੱਤਾ, ਤੇ ਹੁਣ ਵੀ ਕੋਈ ਹੱਕ ਨਹੀਂ ਬਣਦਾ ਕਿਸੇ ਨੂੰ ਕਿ ਇਸ ਲੜਾਈ ਦੇ ਵਿੱਚ, ਪੰਜਾਬ ਦਾ ਤਾਂ ਛੱਡੋ, ਜੇ ਕੋਈ ਬੰਦਾ ਯੂਪੀ ਤੋਂ ਵੀ ਆ ਕੇ ਆਪਣਾ ਵਿਚਾਰ ਰੱਖਣੇ ਚਾਹੁੰਦਾ ਨਾ ਲੋਕਾਂ ਦੇ ਮੂਹਰੇ, ਤਾਂ ਉਹਨੂੰ ਵੀ ਬੋਲਣ ਦਾ ਪੂਰਾ ਹੱਕ ਆ, ਔਰ ਉਹਨੂੰ ਬੋਲਣ ਦਾ ਮੌਕਾ ਦੇਣਾ ਚਾਹੀਦਾ ਆ। ਕਿਉਂਕਿ ਕਈ ਵਾਰ ਜਿਹਨੂੰ ਆਪਾਂ ਸੋਚਦੇ ਹਾਂ ਨਾ ਕਿ ਸ਼ਾਇਦ ਇਹ ਬੰਦਾ ਨਹੀਂ ਕੁਛ ਕਰ ਸਕਦਾ, ਉਹ ਬੰਦਾ ਇੰਨੀ ਕੁ ਵਧੀਆ ਸਲਾਹ ਦੇ ਜਾਂਦਾ ਸਾਨੂੰ, ਹੈ ਨਾ, ਕਿ ਸਾਡਾ ਕੰਮ ਬਹੁਤ ਜ਼ਿਆਦਾ ਸੌਖਾ ਹੋ ਜਾਂਦਾ ਆ। ਅਤੇ ਇਸ ਵੇਲੇ ਤਾਂ ਸਾਨੂੰ ਲੋੜ ਆ ਪੜ੍ਹੇ ਲਿਖੇ ਸਾਡੇ ਯੂਥ ਦੀ, ਜਿਹੜੇ ਕਿ ਮੂਹਰੇ ਆਉਣ ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਸਮਝਾ ਸਕਣ ਕਿ ਸਾਡੇ ਹੱਕ ਕੀ ਬਣਦੇ ਆ, ਆਪਣੇ ਹੱਕਾਂ ਲਈ ਲੜਨਾ ਸਿਖਾ ਸਕਣ ਕਿ ਸਾਨੂੰ ਹੱਕਾਂ ਦੇ ਲਈ ਕਿੱਦਾਂ ਲੜਨਾ ਚਾਹੀਦਾ ਅਤੇ ਹੱਕ ਕਿਹਨਾਂ ਤੋਂ ਮੰਗਣੇ ਚਾਹੀਦੇ ਆ। ਕਿਤੇ ਵੀ ਉਹਨੇ ਆਪਣੇ ਲਈ ਕੁਛ ਨਹੀਂ ਬੋਲਿਆ, ਜਿੰਨੀਆਂ ਕੁ ਮੈਂ ਉਹਦੀਆਂ ਸਪੀਚਾਂ ਸੁਣੀਆਂ ਆ, ਕਿਤੇ ਵੀ ਉਹਨੇ ਆਪਣੇ ਲਈ ਕੁਛ ਨਹੀਂ ਕਿਹਾ ਕਿ ਮੈਨੂੰ ਮੂਹਰੇ ਰੱਖੋ, ਜਾਂ ਮੈਂ ਬੋਲਣਾ ਹੀ ਬੋਲਣਾ, ਜਾਂ ਮੈਂ ਮੂਹਰੇ ਹੋ ਕੇ ਚੱਲਣਾ ਸਾਰਿਆਂ ਦੇ। ਮੈਂ ਤਾਂ ਜਿੰਨੀਆਂ ਵੀ ਸਪੀਚਾਂ ਸੁਣੀਆਂ, ਹਰੇਕ ਸਪੀਚ ਦੇ ਵਿੱਚ ਉਹਨੇ ਇਹੀ ਕਿਹਾ, ਜਿੱਥੇ ਵੀ ਉਹ ਸਟੇਜ 'ਤੇ ਬੋਲਿਆ ਜਾਂ ਨਹੀਂ ਵੀ ਸਟੇਜ 'ਤੇ ਬੋਲਿਆ, ਉਹਨੇ ਇੱਕੋ ਹੀ ਗੱਲ ਕਹੀ ਕਿ ਮੈਂ ਕਿਸਾਨ ਜਥੇਬੰਦੀਆਂ ਦੇ ਨਾਲ ਆ, ਜਿੱਦਾਂ ਉਹ ਕਹਿਣਗੇ ਅਸੀਂ ਉਹਨਾਂ ਦੇ ਨਾਲ ਆ। ਅਤੇ ਫਿਰ ਤੁਹਾਨੂੰ ਕੀ ਦਿੱਕਤ ਆ ਰਹੀ ਆ ਉਹਦੇ ਤੋਂ? ਕਿਉਂ ਤੁਹਾਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਹ ਮੌਕਾ ਇੱਕ ਦੂਜੇ ਦੇ ਨਾਲ, ਇੱਕ ਦੂਜੇ ਨੂੰ ਪਿੱਛੇ ਕਰਕੇ ਆਪ ਮੂਹਰੇ ਹੋਣ ਦਾ ਨਹੀਂ ਆ, ਰਲ ਕੇ ਮੂਹਰੇ ਚੱਲਣ ਦਾ ਆ, ਇੱਕ ਦੂਜੇ ਦੇ ਮੋਢੇ ਦੇ ਨਾਲ ਮੋਢਾ ਮਿਲਾ ਕੇ ਅੱਗੇ ਵਧਣ ਦਾ ਆ। ਜੇ ਇੱਥੋਂ ਇੱਕ ਗੱਲ ਹੋਰ ਨਿਕਲਦੀ ਹੈ ਕਿ ਜੇ ਹਜੇ ਵੀ ਆਪਾਂ ਇਹ ਸੋਚਦੇ ਨਾ ਕਿ ਆਪਾਂ ਪੜ੍ਹੇ ਲਿਖੇ ਜਿਹੜੀ ਇੱਦਾਂ ਦੇ ਕੈਂਡੀਡੇਟਸ ਆ ਜਾਂ ਲੋਕ ਜਿਨ੍ਹਾਂ ਨੂੰ ਪਿਆਰ ਕਰਦੇ, ਜੇ ਆਪਾਂ ਪੜ੍ਹੇ ਲਿਖਿਆਂ ਨੂੰ ਮੂਹਰੇ ਨਹੀਂ ਆਉਣ ਦੇਣਾ, ਅਤੇ ਇਹਦਾ ਮਤਲਬ ਹਜੇ ਵੀ ਅਸੀਂ ਆਪਣੀਆਂ ਗਲਤੀਆਂ ਤੋਂ ਕੋਈ ਅਕਲ ਨਹੀਂ ਲਈ। ਉਹ ਗਲਤੀ ਕਿਹੜੀ? ਹਜੇ ਵੀ ਆਪਾਂ ਇੱਕ ਚਾਹ ਵੇਚਣ ਵਾਲੇ ਨੂੰ ਆਪਣਾ ਦੇਸ਼ ਦੇ ਦਿੱਤਾ, ਉਹਨੂੰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਿਠਾ ਦਿੱਤਾ, ਚਾਹ ਵੇਚਣ ਵਾਲੇ ਨੂੰ, ਅਨਪੜ੍ਹ ਨੂੰ, ਜਿਹੜਾ ਕਿ ਇੰਗਲਿਸ਼ ਦੇ ਵਿੱਚ ਜੇ ਬਾਹਰਲੇ ਕਿਸੇ ਮੁਲਕ ਦੇ ਵਿੱਚ ਜਾਂਦਾ ਤਾਂ ਉਹ ਇੰਗਲਿਸ਼ ਦੇ ਵਿੱਚ ਗੱਲ ਨਹੀਂ ਸਮਝ ਸਕਦਾ, ਉੱਥੇ ਉਹਨੂੰ ਟਰਾਂਸਲੇਟਰ ਦੀ ਲੋੜ ਪੈਂਦੀ ਆ, ਉਹਨੂੰ ਅਸੀਂ ਦੇਸ਼ ਦੇ ਦਿੱਤਾ। ਉਦੋਂ ਤਾਂ ਕਿਸੇ ਨੇ ਕਿਹਾ ਨਹੀਂ ਕਿ ਇਹਨੂੰ ਪ੍ਰਧਾਨ ਮੰਤਰੀ ਬਣਨ ਦਾ ਹੱਕ ਨਹੀਂ ਆ। ਇਹ ਆਵਾਜ਼ ਉਦੋਂ ਚੱਕਣੀ ਚਾਹੀਦੀ ਸੀ ਕਿ ਇੱਕ ਅਨਪੜ੍ਹ ਬੰਦੇ ਨੂੰ ਅਸੀਂ ਆਪਣਾ ਪ੍ਰਧਾਨ ਮੰਤਰੀ ਕਿਉਂ ਬਣਾਈਏ। ਉਦੋਂ ਤਾਂ ਕਿਸੇ ਨੇ ਨਹੀਂ ਕਹੀ ਇਹ ਗੱਲ। ਅਤੇ ਹੁਣ ਜੇ ਕੋਈ ਪੜ੍ਹਿਆ ਲਿਖਿਆ ਮੂਹਰੇ ਆ ਰਿਹਾ, ਜਾਂ ਮੂਹਰੇ ਵੀ ਛੱਡੋ ਉਹ ਆਵੇ ਨਾ ਆਵੇ ਮੈਨੂੰ ਨਹੀਂ ਪਤਾ, ਪਰ ਜੇ ਉਹ ਕੋਈ ਲੋਕਾਂ ਨੂੰ ਸਮਝਾ ਰਿਹਾ ਆ ਆਪਣੇ ਹੱਕਾਂ ਦੇ ਬਾਰੇ, ਆਪਣੇ ਕਾਨੂੰਨ ਦੀ ਵੀ ਉਹ ਨੌਲੇਜ ਰੱਖਦਾ ਬੰਦਾ, ਉਹ ਪੜ੍ਹਿਆ ਲਿਖਿਆ ਆ, ਅਤੇ ਫਿਰ ਤੁਹਾਨੂੰ ਉਹਦੇ ਤੋਂ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਅਤੇ ਜਿਨ੍ਹਾਂ ਨੂੰ ਪਰੇਸ਼ਾਨੀ ਹੈ ਵੀ, ਜਿਨ੍ਹਾਂ ਦੀ ਇਹ ਸੋਚ ਆ ਕਿ ਅਸੀਂ ਉਹਨੂੰ ਮੌਕਾ ਨਹੀਂ ਦੇਣਾ, ਅਤੇ ਉੱਥੇ ਸਾਡੇ ਲੋਕ ਇਹ ਸੋਚਣ, ਇਹ ਸਮਝਣ ਕਿ ਸਾਡੇ ਲਈ ਕੀ ਸਹੀ ਆ ਕੀ ਗਲਤ ਆ। ਕਿਉਂਕਿ ਹੁਣ ਇੱਦਾਂ ਦੀਆਂ ਬਹੁਤ ਜਿਹੜੀਆਂ ਗੱਲਾਂ ਹੋਣਗੀਆਂ ਜਿਹੜੀਆਂ ਇੱਕ ਦੂਜੇ ਤੋਂ ਮਨ ਸਾਡਾ ਪਿੱਛੇ ਕਰਨਗੀਆਂ, ਸਾਡੇ ਆਪਣਿਆਂ ਤੋਂ ਸਾਨੂੰ ਤੋੜਨਗੀਆਂ। ਪਰ ਨਹੀਂ, ਅਸੀਂ ਇੱਕ ਜਿਹੜਾ ਆਪਣੀ ਜਿੱਤ ਦਾ ਮਹਿਲ ਹੁਣ ਅਸੀਂ ਖੜ੍ਹਾ ਕਰਨਾ ਨਾ, ਉਹ ਥੰਮਾਂ ਦੇ ਸਿਰ 'ਤੇ ਕੋਈ ਵੀ ਆਪਾਂ ਉਸਾਰੀ ਕਰਦੇ ਹਾਂ, ਉਹ ਥੰਮਾਂ ਦੇ ਸਿਰ 'ਤੇ ਹੁੰਦੀ। ਜਿੰਨੇ ਥੰਮ ਮਜ਼ਬੂਤ ਹੋਣਗੇ ਸਾਡੀ ਉਸਾਰੀ ਜਿਹੜੀ ਆ, ਸਾਡੀ ਬਿਲਡਿੰਗ ਜਿਹੜੀ, ਉਹ ਉਨੀ ਹੀ ਜ਼ਿਆਦਾ ਮਜ਼ਬੂਤ ਹੁੰਦੀ ਹੈ। ਅਤੇ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਅਸੀਂ ਆਪਣੇ ਹੀ ਥੰਮ ਜਿਹੜੇ ਆ ਉਹ ਕਮਜ਼ੋਰ ਕਰਾਂਗੇ। ਅਤੇ ਸਾਨੂੰ ਇੱਥੇ ਸਾਰਿਆਂ ਨੂੰ ਇਹ ਸੋਚਣ ਸਮਝਣ ਦੀ ਲੋੜ ਆ ਕਿ ਅਸੀਂ ਇੱਦਾਂ ਦੀਆਂ ਜਿਹੜੀਆਂ ਇੱਕ ਦੂਜੇ ਦੇ ਨਾਲ ਰੰਜਿਸ਼ਾਂ ਆ ਉਹ ਆਪਣੇ ਮਨ 'ਚ ਨਾ ਲਿਆਈਏ ਅਤੇ ਨਾ ਕਿਸੇ ਹੋਰ ਨੂੰ ਲਿਆਉਣ ਦਈਏ। ਕਿਉਂਕਿ ਸਾਰਿਆਂ ਦੀ ਜਿਹੜੀ ਆਵਾਜ਼ ਆ ਉਹ ਇੱਕੋ ਹੀ ਆ ਕਿ ਸਾਨੂੰ ਸਾਡੇ ਹੱਕ ਚਾਹੀਦੇ ਆ। ਜੇ ਕੁਛ ਗਲਤ ਹੋ ਰਿਹਾ ਸਾਡੇ ਨਾਲ, ਅਤੇ ਉਹ ਕਿਉਂ ਹੋ ਰਿਹਾ ਆ, ਸਾਨੂੰ ਉਸ ਚੀਜ਼ ਦਾ ਜਵਾਬ ਚਾਹੀਦਾ ਆ। ਸਾਨੂੰ ਇਹ ਜਵਾਬ ਇਸ ਵੇਲੇ ਸਰਕਾਰ ਤੋਂ ਮੰਗਣੇ ਚਾਹੀਦੇ ਆਪਣੇ ਸਵਾਲਾਂ ਦੇ। ਇੱਕ ਦੂਜੇ ਲਈ ਸਵਾਲ ਖੜ੍ਹੇ ਨਹੀਂ ਕਰਨੇ ਚਾਹੀਦੇ। ਇਹ ਸਮਾਂ ਇੱਕ ਦੂਜੇ ਦੇ ਲਈ ਸਵਾਲ ਖੜ੍ਹੇ ਕਰਨ ਦਾ ਲਈ ਨਹੀਂ ਆ, ਇੱਕ ਦੂਜੇ ਦੇ ਨਾਲ ਰਲ ਕੇ ਅੱਗੇ ਵਧਣ ਦਾ ਆ। ਅਤੇ ਇੱਕ ਹੋਰ ਜਿਹੜੀ ਇੱਕ ਖੁਸ਼ੀ ਦੀ ਵੀ ਗੱਲ ਆ ਇਹਦੇ ਵਿੱਚ ਕਿ ਸਾਡੇ ਗੁਰੂ ਦੀਆਂ ਰੰਗਲੀਆਂ ਫੌਜਾਂ ਜਿਹੜੇ ਨਿਹੰਗ ਸਿੰਘ ਆ,
ਉਹ ਅੱਜ ਘੋੜਿਆਂ 'ਤੇ ਸਵਾਰ ਹੋ ਕੇ ਦਿੱਲੀ ਵੱਲ ਕੂਚ ਕਰ ਚੁੱਕੇ ਆ। ਅਤੇ ਬਹੁਤ ਇੱਕ ਖੁਸ਼ੀ ਦੀ ਗੱਲ ਆ। ਇੱਥੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਅਸੀਂ ਇੱਕ ਪੱਧਰ ਜਿਹੜਾ ਹੋਰ ਅਸੀਂ ਪਾਰ ਕਰ ਗਏ ਹਾਂ ਆਪਣੀ ਸਫਲਤਾ ਦਾ, ਆਪਣੀ ਕਾਮਯਾਬੀ ਦਾ। ਇੱਕ ਕਦਮ ਅਸੀਂ ਹੋਰ ਅੱਗੇ ਵੱਧ ਚੁੱਕੇ ਹਾਂ। ਸੋ ਹੁਣ ਜੇ ਸਾਡੇ ਲੋਕ ਜਾਗ ਰਹੇ ਆ, ਲੋਕਾਂ ਦੀ ਸੋਚ ਜਿਹੜੀ ਆ ਉਹ ਅਗਾਂਹ ਵਧੂ ਬਣ ਰਹੀ ਆ, ਉਸਾਰੂ ਸੋਚ ਵਾਲਿਆਂ ਨੂੰ ਸਮਰਥਨ ਦੇਣ ਦੀ ਲੋੜ ਆ। ਅਤੇ ਹੁਣ ਸਾਰੇ ਹੀ ਸਾਡੇ ਪੰਜਾਬੀਆਂ ਨੂੰ ਜਾਂ ਹੋਰ ਸੂਬਿਆਂ ਤੋਂ ਜਿੰਨੇ ਵੀ ਲੋਕ ਜਿਨ੍ਹਾਂ ਦੇ ਨਾਲ ਵੀ ਧੱਕਾ ਹੋ ਰਿਹਾ ਆ, ਸਾਰਿਆਂ ਨੂੰ ਇੱਕ ਮਿਸਾਲ ਬਣ ਕੇ ਪੰਜਾਬ ਨੇ ਦਿਖਾਇਆ। ਅਤੇ ਸਾਡੇ ਪੰਜਾਬ ਤੋਂ ਜਿਹੜੀ ਆ ਉਹ ਉਹਨਾਂ ਦੇ ਹੌਸਲੇ ਦੇਖ ਕੇ ਬਹੁਤ ਸਾਰੇ ਸੂਬਿਆਂ ਦੇ ਲੋਕ ਜਿਹੜੇ ਅੱਜ ਤੱਕ ਆਪਣੀਆਂ ਆਵਾਜ਼ਾਂ ਦੱਬੀ ਬੈਠੇ ਸੀ, ਆਪਣੇ ਹੱਕਾਂ ਦੇ ਲਈ ਸਰਕਾਰਾਂ ਦਾ ਧੱਕਾ ਸਹਿ ਕੇ ਉਹ ਆਪਣੀਆਂ ਆਵਾਜ਼ਾਂ ਦੱਬੀ ਬੈਠੇ ਸੀਗੇ, ਆਪਣੇ ਹੱਕ ਮਾਰੀ ਬੈਠੇ ਸੀ, ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਇੱਕ ਹੌਸਲਾ ਪੈਦਾ ਹੋ ਗਿਆ ਕਿ ਜੇ ਇਹ ਲੜ ਸਕਦੇ ਆਪਣੇ ਹੱਕਾਂ ਦੇ ਲਈ ਤਾਂ ਧੱਕਾ ਸਾਡੇ ਨਾਲ ਵੀ ਘੱਟ ਨਹੀਂ ਹੋਇਆ। ਸਾਨੂੰ ਵੀ ਆਪਣੇ ਧੱਕੇ ਦੇ ਖਿਲਾਫ ਆਪਣੇ ਹੱਕਾਂ ਦੇ ਲਈ ਆਵਾਜ਼ ਚੱਕਣੀ ਚਾਹੀਦੀ ਆ। ਅਤੇ ਸਾਡੀ ਇਹ ਜਿਹੜੀ ਇਸ ਵੇਲੇ ਕਿਸਾਨੀ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਨਾ, ਇਹ ਇੱਕ ਲਹਿਰ ਵਾਂਗੂ ਪੂਰੇ ਦੁਨੀਆ ਦੇ ਵਿੱਚ ਉਹ ਫੈਲ ਰਿਹਾ ਆ, ਇੱਕ ਲਹਿਰ ਵਾਂਗੂ ਦੌੜ ਰਿਹਾ ਪੂਰੀ ਦੁਨੀਆ ਦੇ ਵਿੱਚ। ਅਤੇ ਇਸ ਲਹਿਰ ਨੂੰ ਆਪਾਂ ਵੀ ਵਰਲਡ ਵਾਈਡ ਵਧਾਉਣਾ ਆ। ਅਤੇ ਉਹਦੇ ਲਈ ਆਪਾਂ ਇੱਕ ਕੰਮ ਹੋਰ ਕਰ ਸਕਦੇ ਹਾਂ, ਜਿੱਥੇ ਆਪਾਂ ਕੰਗਣਾ ਰਣੌਤ ਦਾ ਜਿਹੜਾ ਅਨਫੋਲੋ ਕਰਨਾ, ਉਹਦਾ ਬਾਈਕਾਟ ਕਰਨਾ ਆ, ਉੱਥੇ ਆਪਾਂ ਜਿਹੜੇ ਹੈਸ਼ਟੈਗਸ ਆ ਉਹ ਆਪਾਂ ਨੂੰ ਯੂਜ਼ ਕਰਨੇ ਚਾਹੀਦੇ ਤਾਂ ਕਿ ਸਾਡੇ ਹੈਸ਼ਟੈਗ ਜਿਹੜੇ ਪ੍ਰੋਟੈਸਟ ਵਾਲੇ ਆ ਉਹ ਟਰੈਂਡਿੰਗ ਦੇ ਵਿੱਚ ਜਾਣ ਅਤੇ ਵਰਲਡ ਵਾਈਡ ਜਿਹੜੇ ਲੋਕਾਂ ਤੱਕ ਆ ਸਾਡਾ ਇਹ ਪ੍ਰੋਟੈਸਟ ਪਹੁੰਚ ਸਕੇ। ਜਿੱਦਾਂ ਕਿ ਹੈਸ਼ਟੈਗ ਸਟੈਂਡ ਵਿਦ ਫਾਰਮਰਸ, ਹੈਸ਼ਟੈਗ ਸਪੋਰਟ ਫਾਰਮਰਸ, ਹੈਸ਼ਟੈਗ ਕਿਸਾਨ ਏਕਤਾ ਜ਼ਿੰਦਾਬਾਦ ਜਾਂ ਹੈਸ਼ਟੈਗ ਫਾਰਮਰਸ ਪ੍ਰੋਟੈਸਟ ਜਾਂ ਹੈਸ਼ਟੈਗ ਦਿੱਲੀ ਚਲੋ। ਇਹ ਸਾਰੇ ਸਾਡੇ ਜਿਹੜੇ ਹੈਸ਼ਟੈਗਸ ਆ ਸਾਨੂੰ ਯੂਜ਼ ਕਰਨੇ ਚਾਹੀਦੇ ਆ, ਕਿਉਂਕਿ ਆਪਣੇ ਆਪਣੇ ਪੱਧਰ 'ਤੇ ਹਰੇਕ ਬੰਦਾ ਇਸ ਵੇਲੇ ਕਿਸਾਨਾਂ ਦਾ ਸਮਰਥਨ ਕਰ ਰਿਹਾ ਜਿਹਦੀ ਕਿ ਜ਼ਮੀਰ ਜਾਗਦੀ ਆ, ਜਿਹੜੀ ਕਿ ਸੋਚ ਦੇ ਵਿੱਚ ਥੋੜ੍ਹਾ ਫਰਕ ਪੈ ਗਿਆ। ਜੇ ਪਹਿਲਾਂ ਨਹੀਂ ਵੀ ਸੀ ਉਹ ਇਸ ਪਾਸੇ ਸੋਚਦਾ, ਪਰ ਉਹ ਸੋਚਣ 'ਤੇ ਮਜਬੂਰ ਕਰਤਾ ਸਾਨੂੰ ਇਸ ਸੰਘਰਸ਼ ਨੇ ਕਿ ਇਹ ਕੀ ਹੋ ਰਿਹਾ ਆ ਅਤੇ ਅਸੀਂ ਕਿੰਨੇ ਕੁ ਸਹੀ ਹਾਂ ਅਤੇ ਕਿੰਨੇ ਕੁ ਗਲਤ ਹਾਂ। ਅਤੇ ਜੇ ਅਸੀਂ ਗਲਤ ਹਾਂ ਤਾਂ ਇਹ ਗਲਤੀਆਂ ਸੁਧਾਰਨ ਦਾ ਸਮਾਂ ਆ, ਇੱਕ ਦੂਜੇ ਦੀਆਂ ਗਲਤੀਆਂ ਕੱਢਣ ਦਾ ਸਮਾਂ ਨਹੀਂ ਰਿਹਾ ਸਾਡੇ ਕੋਲ। ਬਹੁਤ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੀਆਂ, ਇੱਕ ਦੂਜੇ ਨੂੰ ਅਸੀਂ ਗਲਤ ਸਾਬਤ ਕਰਤਾ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ, ਪਰ ਹੁਣ ਅਸੀਂ ਆਪਣੇ ਲੋਕਾਂ ਨੂੰ ਗਲਤ ਨਹੀਂ ਸਾਬਤ ਕਰਨਾ। ਜੇ ਕਰਨਾ ਵੀ ਆ, ਪਹਿਲਾਂ ਆਪਾਂ ਦਿੱਲੀ 'ਚ ਜੋ ਕਰਨ ਗਏ ਆ ਆਪਣੀ ਮੋਰਚਾ ਆਪਾਂ ਫਤਿਹ ਕਰ ਲਈਏ, ਜਿੱਤ ਲਈਏ, ਉਸ ਤੋਂ ਬਾਅਦ ਆਪਾਂ ਪੰਜਾਬ ਆ ਕੇ ਜੇ ਫਿਰ ਵੀ ਤੁਹਾਡਾ ਮਨ ਨਹੀਂ ਰੱਜੂਗਾ ਇੱਦਾਂ ਦੇ ਲੋਕਾਂ ਦਾ, ਜੇ ਤੁਸੀਂ ਇੱਕ ਦੂਜੇ ਦੀਆਂ ਹੀ ਖਿਲਾਫਤ ਕਰਨੀ ਆ, ਲੱਤਾਂ ਖਿੱਚਣੀਆਂ ਆ, ਇੱਕ ਦੂਜੇ ਨੂੰ ਪਿੱਛੇ ਕਰਕੇ ਆਪ ਮੂਹਰੇ ਜਾਣਾ ਹੈ, ਅਤੇ ਉਹ ਪੰਜਾਬ 'ਚ ਆ ਕੇ ਜੋ ਮਰਜ਼ੀ ਕਰਦੇ ਰਹੋ। ਪਹਿਲਾਂ ਵੀ ਆਹੀ ਕੁਛ ਕਰਦੇ ਰਹੇ ਆਪਾਂ ਪੰਜਾਬ 'ਚ, ਇਸੇ ਕਰਕੇ ਅੱਜ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ। ਪਰ ਪਤਾ ਨਹੀਂ ਸਾਡੇ ਲੋਕ ਕਦੋਂ ਜਾਗਣਗੇ, ਕਦੋਂ ਇਸ ਗੱਲ ਨੂੰ ਸਮਝਣਗੇ। ਪਰ ਹੁਣ ਬਹੁਤ ਜ਼ਿਆਦਾ ਸੋਚ ਸਮਝ ਦੀ ਲੋੜ ਆ ਸਾਡੀ ਨੌਜਵਾਨ ਪੀੜ੍ਹੀ ਨੂੰ ਕਿ ਉਹਨਾਂ ਦੇ ਲਈ ਕੀ ਸਹੀ ਆ ਅਤੇ ਕੀ ਗਲਤ ਆ। ਉਹ ਇਹਨਾਂ ਬਹਿਕਾਵਿਆਂ ਦੇ ਵਿੱਚ ਨਾ ਆਉਣ, ਉਹ ਆਪਣੀ ਸੋਚ ਸਮਝ ਦੇ ਮੁਤਾਬਿਕ ਚੱਲਣ ਕਿ ਪਿਛਲੇ ਸਾਲਾਂ ਦੇ ਵਿੱਚ ਜਾਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਚਾਹੇ ਉਹ ਬੇਰੁਜ਼ਗਾਰੀ ਸੀ, ਚਾਹੇ ਉਹ ਨਸ਼ਿਆਂ ਦੀ ਦਲਦਲ 'ਚ ਫਸੇ ਸੀ, ਕੋਈ ਵੀ ਕੁਛ ਵੀ ਇੱਦਾਂ ਦੀ ਕਰਜ਼ਿਆਂ ਦੇ ਵਿੱਚ ਸੀਗੇ, ਕੋਈ ਵੀ ਉਹਨਾਂ ਨੂੰ ਇੱਦਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਅਤੇ ਉਹਦੇ ਲਈ ਜ਼ਿੰਮੇਵਾਰ ਕੌਣ ਸੀ। ਅਤੇ ਹੁਣ ਜਿੱਥੇ ਉਹ ਪਹੁੰਚ ਚੁੱਕੇ ਆ, ਜਿਹੜੇ ਮੁਕਾਮ 'ਤੇ ਉਹ ਜਿਹੜੇ ਰਸਤੇ 'ਤੇ ਚੱਲੇ ਆ, ਉਸ ਰਸਤੇ ਦੇ ਵਿੱਚ ਉਹਨਾਂ ਨੂੰ ਕਿਹੜੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਆ, ਆਪਣਿਆਂ ਦਾ ਜਾਂ ਉਹਨਾਂ ਲੋਕਾਂ ਦਾ ਜਿਹੜੇ ਆਪਣੇ ਬਣ ਕੇ ਸ਼ਾਇਦ ਆਪਣੇ ਹੀ ਸੰਘਰਸ਼ ਨੂੰ, ਆਪਣੇ ਹੀ ਲੋਕਾਂ ਨੂੰ ਕਮਜ਼ੋਰ ਬਣਾਉਣ ਬਾਰੇ ਸੋਚ ਰਹੇ ਹਜੇ ਵੀ। ਕਿਉਂਕਿ ਕੋਈ ਵੀ ਸੰਘਰਸ਼ ਉਦੋਂ ਹੀ ਨਾਕਾਮਯਾਬ ਹੁੰਦਾ ਆ ਜਦੋਂ ਉਹਨੂੰ ਆਪਣੇ ਹੀ ਲੋਕ ਜਿਹੜੇ ਆ ਅੰਦਰੋਂ ਗਤੀ ਜਿਹੜਾ ਉਹਨੂੰ ਕਮਜ਼ੋਰ ਕਰਦੇ ਆ। ਹੁਣ ਜੇ ਆਪਣੀ ਗੰਦੀ ਸਰਕਾਰ ਜ਼ੋਰ ਲਾ ਲਵੇ, ਜੇ ਸਾਡੇ ਲੋਕਾਂ ਦੇ ਵਿੱਚ ਏਕਾ ਹੋਊਗਾ ਤਾਂ ਸਾਨੂੰ ਕੋਈ ਵੀ ਸਾਡੇ ਲੋਕਾਂ ਨੂੰ, ਸਾਡੇ ਧਰਨੇ ਨੂੰ, ਸਾਡੇ ਇਸ ਜੋਸ਼ ਨੂੰ ਟਸ ਤੋਂ ਮਸ ਨਹੀਂ ਕਰ ਸਕਦਾ। ਜੇ ਅਸੀਂ ਹਾਰਾਂਗੇ ਤਾਂ ਸਿਰਫ ਆਪਣੀ ਕਮਜ਼ੋਰੀ ਦੇ ਨਾਲ, ਆਪਣੀਆਂ ਨਲਾਇਕੀਆਂ ਦੇ ਨਾਲ। ਇਹ ਵੀ ਸਾਡੀ ਹੀ ਨਲਾਇਕੀ ਆ ਕਿ ਅਸੀਂ ਇੱਕ ਚਾਹ ਵੇਚਣ ਵਾਲੇ ਬੰਦੇ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ। ਉਹ ਵੀ ਇੱਕ ਵਾਰ, ਕਹਿੰਦੇ ਹੁੰਦੇ ਨਾ ਕਿ ਬੰਦਾ ਇੱਕ ਵਾਰ ਗਲਤੀ ਕਰਕੇ ਸਿੱਖ ਜਾਂਦਾ, ਆਪਾਂ ਤਾਂ ਇੱਕ ਵਾਰ ਗਲਤੀ ਕਰਕੇ ਵੀ ਨਹੀਂ ਸਿੱਖੇ। ਸੋ ਹੁਣ ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਆ ਕਿ ਜੇ ਸਾਡੇ ਪੰਜਾਬੀਆਂ ਦੇ ਉੱਤੇ, ਸਾਡੇ ਨੌਜਵਾਨਾਂ ਦੇ ਉੱਪਰ ਗਲਤ ਪਰਚੇ ਦਰਜ ਕੀਤੇ ਜਾ ਰਹੇ ਆ, ਅਤੇ ਜਿੰਨਾ ਵੀ ਸਾਡੀਆਂ ਸੂਬੇ ਦੀਆਂ ਸਰਕਾਰਾਂ ਹਜੇ ਵੀ ਜੇ ਕਿਤੇ ਜਾਗ ਜਾਣ ਤਾਂ ਸ਼ਾਇਦ ਕਾਫੀ ਹੱਦ ਤੱਕ ਉਹ ਲੋਕਾਂ ਨੂੰ ਮੂੰਹ ਦਿਖਾਉਣ ਜੋਗੀਆਂ ਰਹਿ ਜਾਣਗੀਆਂ। ਫਿਲਹਾਲ ਉਹ ਨਹੀਂ ਹੈਗੀਆਂ ਮੂੰਹ ਦਿਖਾਉਣ ਜੋਗੀਆਂ। ਅਤੇ ਜਿਹੜੇ ਸਾਡੇ ਆ
ਲੀਡਰ ਵੀ ਆ, ਚਾਹੇ ਤੁਸੀਂ ਸਿਆਸਤ ਦੇ ਵਿੱਚ ਹੈਗੇ ਹੋ, ਚਾਹੇ ਤੁਹਾਡਾ ਕੋਈ ਸਰਕਾਰਾਂ ਦੇ ਵਿੱਚ ਜਗ੍ਹਾ ਹੈਗੀ, ਚਾਹੇ ਨਹੀਂ ਜਗ੍ਹਾ ਹੈਗੀ, ਇਹ ਸਮਾਂ ਜਿਹੜਾ ਆ ਤੁਹਾਨੂੰ ਲੋਕਾਂ ਦੇ ਨਾਲ ਰਲ ਕੇ ਚੱਲਣਾ ਚਾਹੀਦਾ ਆ। ਚਾਹੇ ਲੋਕ ਤੁਹਾਡੀਆਂ ਨਲਾਇਕੀਆਂ ਤੋਂ ਬਹੁਤ ਤੁਹਾਡੇ ਨਾਲ ਖਫਾ ਆ, ਨਾਰਾਜ਼ ਆ, ਪਰ ਫਿਰ ਵੀ ਇਹ ਸਮਾਂ ਮੌਕਾ ਸਾਂਭਣ ਦਾ ਆ। ਸੋ ਤੁਸੀਂ ਮੌਕਾ ਸਾਂਭ ਸਕਦੇ ਆ। ਜਿੰਨਾ ਵੀ ਸਾਡੇ ਕੋਲੋਂ ਬਣਦਾ ਯੋਗਦਾਨ ਆ, ਜੋ ਵੀ ਅਸੀਂ ਕਰ ਸਕਦੇ ਹਾਂ ਆਪਣੇ ਪੰਜਾਬੀ ਆਪਣੇ ਕਿਸਾਨ ਭਰਾਵਾਂ ਦੇ ਲਈ, ਸਾਨੂੰ ਉਹ ਜ਼ਰੂਰ ਕਰਨਾ ਚਾਹੀਦਾ ਆਪਣੇ ਪੱਧਰ ਦੇ ਉੱਪਰ। ਸੋ ਇਹਨਾਂ ਗੱਲਾਂ ਦੇ ਨਾਲ ਹੀ ਹੁਣ ਦਾ ਆਪਾਂ ਜਿਹੜਾ ਗੱਲਾਂ ਬਾਤਾਂ ਦਾ ਸਿਲਸਿਲਾ ਇੱਥੇ ਹੀ ਆਪਾਂ ਕਰਦੇ ਹਾਂ ਖ਼ਤਮ। ਪਰ ਬਹੁਤ ਜਲਦੀ ਆਪਾਂ ਨੈਕਸਟ ਜਿਹੜੀ ਆ ਅਪਡੇਟ ਦੇ ਨਾਲ ਜ਼ਰੂਰ ਮਿਲਾਂਗੇ। ਅਤੇ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਬਾਰੇ ਤੁਹਾਡੇ ਕੀ ਵਿਚਾਰ ਆ, ਤੁਸੀਂ ਸਾਨੂੰ ਕਮੈਂਟਸ ਬਾਕਸ ਦੇ ਵਿੱਚ ਕਮੈਂਟਸ ਕਰਕੇ ਜ਼ਰੂਰ ਦੱਸਣੇ ਆ। ਅਤੇ ਜੇ ਤੁਹਾਨੂੰ ਸਾਡੀ ਇਹ ਲਾਈਵ ਟਾਕ ਸ਼ੋ ਜਿਹੜੀ ਆ ਉਹ ਵਧੀਆ ਲੱਗਾ ਸਾਡਾ ਇਹ ਲਾਈਵ ਸ਼ੋਅ, ਅਤੇ ਤੁਸੀਂ ਸਾਡਾ ਇਹ ਜਿਹੜਾ ਪ੍ਰੋਗਰਾਮ ਆ ਉਹ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ, ਕਿਉਂਕਿ ਜਿੱਦਾਂ ਮੈਂ ਕਿਹਾ ਕਿ ਇਸ ਵੇਲੇ ਸਾਨੂੰ ਆਪਣੇ ਜਿਹੜੇ ਆ ਇੱਕ ਦੂਜੇ ਦੇ ਨਾਲ ਵਿਚਾਰ ਚਰਚਾ ਕਰਨ ਦੀ ਲੋੜ ਆ ਕਿ ਅਸੀਂ ਕਿੱਦਾਂ ਆਪਣੇ ਇਸ ਸੰਘਰਸ਼ ਨੂੰ ਹੋਰ ਵੀ ਜ਼ਿਆਦਾ ਜਿਹੜਾ ਯਕੀਨੀ ਬਣਾ ਸਕਦੇ ਹਾਂ, ਅਸੀਂ ਕਿੱਦਾਂ ਆਪਣਾ ਯੋਗਦਾਨ ਪਾ ਸਕਦੇ ਹਾਂ। ਕਿਉਂਕਿ ਸਾਰੇ ਲੋਕ ਉੱਥੇ ਜਾਣ ਇਹ ਪੋਸੀਬਲ ਨਹੀਂ ਆ, ਪਰ ਹਰੇਕ ਬੰਦਾ ਆਪਣੇ ਪੱਧਰ ਦੇ ਉੱਪਰ ਜ਼ਰੂਰ ਕੁਛ ਨਾ ਕੁਛ ਕਰ ਸਕਦਾ ਇਸ ਸੰਘਰਸ਼ ਨੂੰ ਜਿਹੜਾ ਆ ਉਹ ਕਾਮਯਾਬ ਬਣਾਉਣ ਦੇ ਲਈ। ਸੋ ਉਹ ਸਾਨੂੰ ਤੁਸੀਂ ਜ਼ਰੂਰ ਆਪਣੀ ਰਾਏ, ਆਪਣੇ ਸੁਝਾਅ ਜ਼ਰੂਰ ਦਿਓ। ਅਤੇ ਇਹਦੇ ਨਾਲ ਹੀ ਮੈਂ ਲੈਂਦੀ ਹਾਂ ਜੀ ਅਲਵਿਦਾ। ਆਪਾਂ ਫਿਰ ਮਿਲਾਂਗੇ ਨੈਕਸਟ ਅਪਡੇਟ ਦੇ ਨਾਲ। ਤਦ ਤੱਕ ਤੁਸੀਂ ਡਟੇ ਰਹੋ, ਤੁਸੀਂ ਸੋਚੋ, ਵਿਚਾਰੋ, ਸਮਝੋ, ਅਤੇ ਉਸ ਤੋਂ ਵੀ ਜ਼ਰੂਰੀ ਕਿ ਆਪਣਿਆਂ ਦਾ ਸਾਥ ਦਿਓ, ਸਹੀ ਦਾ ਸਾਥ ਦਿਓ, ਹੱਕ ਅਤੇ ਸੱਚ ਦਾ ਸਾਥ ਦਿਓ, ਅਤੇ ਆਪਣੇ ਇਸ ਸੰਘਰਸ਼ ਨੂੰ, ਆਪਣੀ ਇਸ ਲੜਾਈ ਨੂੰ ਆਪਾਂ ਕਾਮਯਾਬ ਬਣਾਉਣਾ ਆ। ਆਪਾਂ ਇਹਨੂੰ ਆਪਣੀ ਜਿੱਤ ਨੂੰ ਯਕੀਨੀ ਬਣਾਉਣਾ ਆ। ਅਤੇ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ, ਇਹ ਸਾਰਾ ਆਪਾਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ। ਅਤੇ ਇੱਕ ਵਾਰ ਫਿਰ ਤੋਂ ਮੇਰਾ ਇਹੀ ਕਹਿਣਾ ਕਿ ਆਪਾਂ ਸਾਰੇ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਈਏ ਇਸ ਸੰਘਰਸ਼ ਦੇ ਵਿੱਚ, ਕਿਉਂਕਿ ਜਿਹੜੇ ਉੱਥੇ ਬੈਠੇ ਆ ਉਹ ਸਿਰਫ ਆਪਣੇ ਲਈ ਹੀ ਨਹੀਂ ਬੈਠੇ। ਜੇ ਅੱਜ ਆਪਾਂ ਘਰਾਂ ਦੇ ਵਿੱਚ ਬੈਠੇ ਹਾਂ ਤਾਂ ਜਿਹੜੇ ਉੱਥੇ ਬੈਠੇ ਆ ਉਹ ਸਾਡੇ ਸੂਰਮੇ, ਸਾਡੇ ਯੋਧੇ, ਉਹ ਸਾਡੇ ਹੱਕਾਂ ਦੇ ਲਈ ਵੀ ਬੈਠੇ ਆ। ਸੋ ਜੇ ਅਸੀਂ ਉੱਥੇ ਜਾ ਕੇ ਉਹਨਾਂ ਦਾ ਸਾਥ ਨਹੀਂ ਦੇ ਸਕਦੇ, ਪਰ ਅਸੀਂ ਆਪਣੇ ਪੱਧਰ ਦੇ ਉੱਪਰ ਜ਼ਰੂਰ ਕੁਛ ਨਾ ਕੁਛ ਕਰ ਸਕਦੇ ਹਾਂ। ਅਤੇ ਅਸੀਂ ਕੀ ਕਰ ਸਕਦੇ ਹਾਂ ਉਹ ਤੁਸੀਂ ਸਾਨੂੰ ਜ਼ਰੂਰ ਸੁਝਾਅ ਦੇਣੇ ਆ ਜੀ ਸਾਡੇ ਕਮੈਂਟ ਬਾਕਸ ਦੇ ਵਿੱਚ। ਤਦ ਤੱਕ ਲਈ ਮੈਂ ਲੈਂਦੀ ਹਾਂ ਜੀ ਅਲਵਿਦਾ। ਆਪਾਂ ਫਿਰ ਮਿਲਾਂਗੇ ਨੈਕਸਟ ਅਪਡੇਟ ਦੇ ਨਾਲ। ਧੰਨਵਾਦ।